ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਪਾਣੀ ਪੱਖਾ ਪੀਸੋ ਸੰਤ ਆਗਾ। ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ। ਇਹੋ ਬਿਸਰਾਮ ਨਿਧ ਪਾਈ। ਪਾਣੀ ਪੱਖਾ ਪੀਸੋ ਸੰਤ ਆਗਾ। ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ। ਇਹੋ ਬਿਸਰਾਮ ਨਿਧ ਪਾਈ। ਤੁਮ ਕਰਹੁ ਦਇਆ ਮੇਰੇ ਸਾਈ। ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ। ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ। ਬਿਨ ਸੁਜਾਏ ਪਰਮਾਈ। ਆਨੰਦ ਰੂਪ ਰਵਿਓ ਸਭ ਮਦੀ। ਜਤ ਕਦ ਪੇਖੋ ਜਾਈ। ਤੁਮ ਦਇਆਲ ਕਿਰਪਾਲ ਕਿਰਪਾ ਨਿਧ। ਪਾਤਿਤ ਪਾਵਨ ਗੋਸਾਈ। ਕੋਟ ਸੁਖ ਆਨੰਦ ਰਾਜ ਪਾਈ। ਮੁਖਤੀ ਨਿਮਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ। ਜੋ ਪ੍ਰਭ ਕਾ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ। ਨਾਨਕ ਤ੍ਰਿਪਤ ਅਗਾਈ। ਜਾਪ ਤਾਪ ਭਗਤ ਸਾ ਪੂਰੀ। ਜੋ ਪ੍ਰਭ ਕਾ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ। ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਇਤਿਹਾਸਿਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਅਤੇ ਘਰਾਂ ਵਿੱਚ ਟੈਲੀਵਿਜ਼ਨ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਦਾ ਆਨੰਦ ਮਾਣਨ ਤੋਂ ਬਾਅਦ ਅੰਮ੍ਰਿਤ ਵੇਲੇ ਜੋ ਪਾਵਨ ਮੁਖ ਵਾਕ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਗੁਰੂ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਇਹ ਸੁਭਾਗ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ
ਜਿੱਥੇ ਅੰਮ੍ਰਿਤ ਵੇਲੇ ਆਪ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਕੀਤੇ ਨੇ, ਉਪਰੰਤ ਇਸ ਸਥਾਨ ਤੇ ਬੈਠ ਕੇ ਸਤ ਸੰਗਤ ਦਾ ਲਾਹਾ ਆਪ ਜੀ ਮਾਣ ਰਹੇ ਹੋ। ਜੋ ਅੰਮ੍ਰਿਤ ਵੇਲੇ ਪਾਵਨ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਆ ਹੈ, ਮਾਨਯੋਗ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਨੇ ਉਹ ਗੁਰੂ ਕੇ ਅੰਮ੍ਰਿਤ ਬਚਨ ਸ਼ਰਵਣ ਕੀਤੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਇਹ ਪਾਵਨ ਮੁਖਵਾਕ ਧਨਾਸਰੀ ਰਾਗ ਵਿੱਚੋਂ ਆਪ ਜੀ ਸ਼ਰਵਣ ਕਰ ਰਹੇ ਸੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 673 ਤੇ ਅੰਕਿਤ ਹੈ। ਪ੍ਰਮਾਤਮਾ ਨੇ ਜੋ ਸਾਡੇ ਸਰੀਰ ਦੀ ਰਚਨਾ ਬਣਾਈ ਹੈ ਬੜੀ ਅਨੂਠੀ ਹੈ। ਜਿੱਥੇ ਬਾਹਰਲੇ ਸਾਡੇ ਇੰਦਰੇ ਨੇ, ਅੱਖਾਂ ਨੇ, ਕੰਨ ਹੈ, ਨੱਕ ਹੈ, ਉਵੇਂ ਸਾਡਾ ਇੱਕ ਅੰਦਰੂਨੀ ਇੰਦਰ ਜਿਹਨੂੰ ਅੰਤःਕਰਨ ਕਹਿੰਦੇ ਨੇ। ਅੰਤःਕਰਨ ਦੇ ਜੋ ਭੇਦ ਵਿਦਵਾਨਾਂ ਦੇ ਦੱਸੇ ਨੇ, ਸੁਰਤ, ਮਤ, ਮਨ, ਬੁੱਧ। ਇਸ ਤਰੀਕੇ ਦੇ ਨਾਲ ਜੋ ਮਤ ਹੈ ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਕੋਈ ਕੀਤੀ ਹੋਈ ਹੈ। ਮਤ ਸਮਤ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਏ, ਸਾਨੂੰ ਉੱਚੀ ਮਤ ਮਿਲੇ, ਅਸੀਂ ਉੱਚੇ ਉੱਠਦੇ ਹਾਂ। ਅਸੀਂ ਰੋਜ਼ ਅਰਦਾਸ ਕਰਦੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦੇ ਰਾਖੇ ਆਪ ਵਾਹਿਗੁਰੂ ਜੀ। ਮਤ ਕਿਤਾਬਾਂ ਪੜ੍ਹਿਆ ਨਹੀਂ ਹੁੰਦੀ, ਕਿਤਾਬਾਂ ਪੜ੍ਹਿਆ ਬੰਦਾ ਚਲਾਕ ਹੋ ਸਕਦਾ ਹੈ, ਚਤੁਰ ਹੋ ਸਕਦਾ ਹੈ। ਮਤ ਗੁਰੂ ਦੀ ਬਖਸ਼ਿਸ਼ ਸਦਕਾ ਪ੍ਰਾਪਤ ਹੁੰਦੀ ਹੈ। ਇੱਕ ਆਮ ਗੱਲ ਅਸੀਂ ਕਹਿੰਦੇ ਹਾਂ ਕਿ ਪ੍ਰਮਾਤਮਾ ਲੱਤ ਨਹੀਂ ਮਾਰਦਾ, ਮਤ ਮਾਰ ਦਿੰਦਾ ਬੰਦੇ ਦੀ। ਇਸ ਕਰਕੇ ਉਹ ਮਤ ਜਿੰਨੀ ਉੱਚੀ ਹੋਵੇਗੀ ਉਨੇ ਅਸੀਂ ਮਹਾਨ ਬਣਦੇ ਜਾਵਾਂਗੇ। ਮਤ ਦਾ ਸੁਭਾਅ ਵੇਲ ਵਾਂਗੂ ਹੈ। ਵੇਲ ਨੂੰ ਜਿਹੋ ਜਿਹਾ ਆਸਰਾ ਮਿਲੇ ਉਨੀ ਉੱਚੀ ਉੱਠ ਜਾਂਦੀ। ਕੰਧ ਨਾਲ ਲਗਾ ਦਿਓ, ਕੰਧ ਤੇ ਚੜ ਜਾਏਗੀ। ਕਿਸੇ ਮਕਾਨ ਨਾਲ ਲਗਾ ਦਿਓ, ਮਕਾਨ ਤੇ ਚੜ ਜਾਏਗੀ। ਜੇ ਕਿਸੇ ਪਾਸੇ ਨਹੀਂ ਲਗਾਓਗੇ, ਜਿੱਧਰ ਨੂੰ ਉਹਦਾ ਮੂੰਹ ਹੋਇਆ ਉਧਰ ਤੁਰ ਪਏਗੀ। ਕਿਸੇ ਨੀਵੇਂ ਥਾਂ ਗਈ, ਮੀਂਹ ਪਿਆ, ਪਾਣੀ ਇਕੱਠਾ ਹੋਏਗਾ, ਗਲ ਸੜ ਜਾਏਗੀ। ਇਵੇਂ ਜਿਹੋ ਜੀ ਸਾਨੂੰ ਸੰਗਤ ਮਿਲਦੀ, ਉਹੋ ਜੀ ਸਾਡੀ ਮਤ ਬਣਦੀ ਚਲੀ ਜਾਂਦੀ। ਮਤ ਦੀ ਘਾੜਤ ਘੜੀ ਜਾਂਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਸਾਡੀ ਮਤ ਨੂੰ ਉੱਚੀਆਂ ਚੁੱਕਣ ਦੇ ਲਈ ਕਹੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਮਾਰੂ ਰਾਗ ਦੀ ਵਾਰ ਚ ਇੱਕ ਥਾਂ ਤੇ ਬੜਾ ਪਿਆਰਾ ਬਚਨ ਹੈ। ਮਤੜੀ ਕਾਂਡ ਕੋਆਹਾ ਪੈਰ ਤੋਂ ਵੰਦੋ ਪੀਵਸਾਂ, ਮੂੰਹ ਤਨ ਪ੍ਰੇਮ ਅਥਾਹ, ਪਛਣ ਕੂ ਸੱਚਾ ਤਣੀ। ਕਿ ਵਾਹਿਗੁਰੂ ਜੀ, ਮੇਰੇ ਮਨ ਵਿੱਚ ਤੁਹਾਡੇ ਦੀਦਾਰ ਕਰਨ ਦੇ ਲਈ ਅਥਾਹ ਪਿਆਰ ਹੈ, ਤੁਹਾਡੇ ਦਰਸ਼ਨ ਪਰਸਨ ਦੇ ਲਈ ਅਥਾਹ ਪਿਆਰ ਹੈ। ਪਰ ਮੇਰੀ ਜਿਹੜੀ ਖੋਟੀ ਮਤ ਹੈ ਨਾ, ਉਹ ਮੈਨੂੰ ਅੱਗੇ ਨਹੀਂ ਵਧਣ ਦਿੰਦੀ। ਜਿਹੜਾ ਮੇਰੀ ਇਸ ਖੋਟੀ ਮਤ ਨੂੰ ਕੱਢ ਦੇਵੇ, ਮੈਂ ਪੈਰ ਤੋਂ ਵੰਦੋ ਪੀਵਸਾਂ, ਉਹਦੇ ਪੈਰ ਧੋ ਕੇ ਪੀਵਾਂ। ਇਹ ਖੋਟੀ ਮਤ ਉਦੋਂ ਮਿਟਦੀ ਜਦੋਂ ਅਸੀਂ ਗੁਰਮਤ ਨਾਲ ਜੁੜਦੇ ਹਾਂ, ਜਦੋਂ ਸਤ ਸੰਗਤ ਨਾਲ ਜੁੜਦੇ ਹਾਂ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਗੁਰਮਤ ਜਾਂ ਉੱਚੀ ਮਤ ਪ੍ਰਾਪਤ ਕਰਨ ਦੇ ਲਈ ਸਤ ਸੰਗਤ ਨਾਲ ਜੁੜਨ ਦੀ ਗੱਲ ਕਹੀ ਹੈ। ਇੱਕ ਹੁੰਦੀ ਅਲੂਣੀ ਮਤ, ਇੱਕ ਹੁੰਦੀ ਹੈ ਕੱਚੀ ਮਤ, ਇੱਕ ਹੁੰਦੀ ਹੈ ਮਨਮਤ। ਮਨਮਤ ਹਮੇਸ਼ਾ ਦੁੱਖਾਂ ਦਾ ਕਾਰਨ ਬਣਦੀ ਹੈ। ਦੁੱਖ ਜਿਹੜੇ ਨੇ ਪ੍ਰਮਾਤਮਾ ਨਹੀਂ ਦਿੰਦਾ। ਜਿਹੋ ਜੀ ਸਾਡੀ ਮਤ ਹੋਏਗੀ, ਉਹੋ ਜਿਹੇ ਸਾਡੀ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਜਾਣਗੇ। ਜੇ ਮਤ ਮਾੜੀ ਹੋਏਗੀ, ਅਸੀਂ ਕਰਮ ਮਾੜੇ ਕਰਾਂਗੇ, ਦੁੱਖ ਆਪਣੇ ਆਪ ਆਉਂਦੇ ਜਾਣਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮੁਖ ਵਾਕ ਦੇ ਰਾਹੀਂ ਸਾਨੂੰ ਵਾਹਿਗੁਰੂ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰਨ ਦੇ ਲਈ ਕਿ ਸਾਨੂੰ ਇਹੋ ਜਿਹੀ ਮਤ ਦਿਓ ਕਿ ਸਦਾ ਤੁਹਾਨੂੰ ਸਿਮਰੀਏ। ਉਹ ਮਤ ਕਿੱਥੋਂ ਮਿਲੇਗੀ? ਸਤ ਸੰਗਤ ਵਿੱਚੋਂ, ਰੱਬੀ ਪਿਆਰਿਆਂ ਕੋਲ ਬੈਠਿਆਂ। ਜੋ ਪ੍ਰੇਰਣਾ ਸਤਿਗੁਰੂ ਜੀ ਅੱਜ ਇਸ ਮੁਖ ਵਾਕ ਰਾਹੀਂ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ, ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵੀ ਉੱਚੀ ਮਤ ਬਖਸ਼ਿਸ਼ ਕਰਨ, ਜਿਸ ਮਤ ਦੇ ਰਾਹੀਂ ਅਸੀਂ ਸਦਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੀਏ। ਗੁਰੂ ਕੇ ਪਵਿੱਤਰ ਮੁਖ ਵਾਕ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ ਮਨ ਚਿੱਤ ਨੂੰ ਇਕਾਗਰ ਕਰਕੇ ਸਾਰੇ ਹੀ ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਸਤਨਾਮ ਸ਼੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਪਾਣੀ ਪੱਖਾ ਪੀਸੋ ਸੰਤ ਆਗਾ, ਗੁਣ ਗੋਬਿੰਦ ਜਸ ਗਾਈ। ਧਨਾਸਰੀ ਰਾਗ ਦਾ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਆਪ ਜੀ ਸਰਵਣ ਕਰ ਰਹੇ ਹੋ। ਪਾਵਨ ਸ਼ਬਦ ਦੀਆਂ ਜੋ ਕੇਂਦਰੀ ਪੰਕਤੀਆਂ ਨੇ, ਜਿਨ੍ਹਾਂ ਅੰਦਰ ਸ਼ਬਦ ਦਾ ਮੁੱਖ ਭਾਵ ਅੰਕਿਤ ਹੈ, ਰਹਾਉ ਵਾਲੀਆਂ ਪੰਕਤੀਆਂ। ਸਾਹਿਬ ਕਹਿੰਦੇ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। हे ਮੇਰੇ ਮਾਲਕ,
ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੈਨੂੰ ਅਜਿਹੀ ਮੱਤ ਦਿਓ। ਇਹਦਾ ਮਤਲਬ ਕਿ ਸ਼ੁਭ ਮੱਤ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਮਿਲਦੀ ਹੈ। ਜਦੋਂ ਰੱਬ ਮਿਹਰ ਕਰਦਾ ਹੈ, ਮਨੁੱਖ ਨੂੰ ਉੱਚੀ ਮੱਤ ਦਿੰਦਾ ਹੈ। ਸਭ ਕੁਝ ਮਨੁੱਖ ਦੇ ਅੰਦਰ ਹੈ, ਪਰ ਮਨੁੱਖ ਦੇ ਕੋਲ ਮੱਤ ਹੋਣੀ ਚਾਹੀਦੀ ਹੈ। ਗੁਰਬਾਣੀ ਦਾ ਇੱਕ ਬਚਨ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ। ਮਨੁੱਖ ਦੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਣਕ ਨੇ, ਪਰ ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲੇ ਫਿਰ ਉਹ ਆਪਣੇ ਅੰਦਰੋਂ ਇਸ ਹੀਰਿਆਂ, ਰਤਨਾਂ, ਜਵਾਹਰਾਂ ਨੂੰ ਮਾਣ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ। ਪਰ ਜਦੋਂ ਬੰਦਾ ਗੁਰੂ ਦੀ ਸਿੱਖਿਆ ਸੁਣਦਾ ਹੀ ਨਹੀਂ ਹੈ, ਜਦੋਂ ਮਨ ਦੀ ਮੱਤ ਮਗਰ ਤੁਲਦਾ ਹੈ, ਮਨ ਮਤ ਹੌਲੀ ਹੌਲੇ ਬੋਲ, ਮਨ ਦੀ ਮੱਤ ਜਿਹੜੀ ਹੌਲੀ ਮੱਤ ਹੈ, ਕੱਚੀ ਮੱਤ ਹੈ, ਮਨ ਹਮੇਸ਼ਾ ਮਨ ਮਰਜ਼ੀ ਕਰਨ ਦੀ ਪ੍ਰੇਰਣਾ ਕਰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਮੱਤ ਹੀ ਇਹੋ ਦਿਓ। ਸ੍ਰੀਮਦ ਭਗਵਤ ਗੀਤਾ 'ਚ ਇੱਕ ਬਚਨ ਹੈ ਕਿ ਸਾਨੂੰ ਹਮੇਸ਼ਾ ਆਪਣਾ ਮਨ ਜਿਹੜਾ ਹੈ ਮੱਤ ਦੇ ਅਧੀਨ ਰੱਖਣਾ ਚਾਹੀਦਾ ਹੈ, ਤੇ ਮੱਤ ਹਮੇਸ਼ਾ ਗੁਰੂ ਪਾਸੋਂ ਲੈਣੀ ਚਾਹੀਦੀ ਹੈ, ਕਿਉਂਕਿ ਗੁਰੂ ਦੀ ਮੱਤ ਹੀ ਸਭ ਤੋਂ ਮਹਾਨ ਹੈ। ਹੋਰ ਬੜੀਆਂ ਗੱਲਾਂ ਅਸੀਂ ਸੁਣਦੇ ਹਾਂ, ਕਈ ਵਾਰ ਆਪਾਂ ਦੇਖਦੇ ਸਵਾਹ ਦੀਆਂ ਕਈ ਪੁੜੀਆਂ ਹੋਣ, ਉਹ ਖਾਈ ਜਾਓ, ਕੋਈ ਤੰਦਰੁਸਤੀ ਨਹੀਂ ਮਿਲੇਗੀ। ਦਵਾਈ ਦੀ ਇੱਕ ਪੁੜੀ ਮਨੁੱਖ ਨੂੰ ਤੰਦਰੁਸਤੀ ਦੇ ਦਿੰਦੀ ਹੈ। ਕਿੰਨੀਆਂ ਸਾਰੀਆਂ ਚਾਬੀਆਂ ਹੋਣ, ਕੁੰਜੀਆਂ ਹੋਣ, ਤਾਲੇ ਨੂੰ ਲੱਗੇ ਕੋਈ ਨਾ, ਉਹਨਾਂ ਦਾ ਅਰਥ ਹੀ ਕੋਈ ਨਹੀਂ ਹੈ, ਪਰ ਇੱਕ ਕੁੰਜੀ ਜਿਹੜੀ ਤਾਲੇ ਦੀ ਹੋਏ ਉਹ ਤਾਲੇ ਨੂੰ ਖੋਲ ਦਿੰਦੀ ਹੈ, ਮਿਲ ਜਾਏ ਤੇ ਖੁਸ਼ੀ ਹੁੰਦੀ ਹੈ। ਅਸੀਂ ਬਹੁਤ ਕੁਝ ਸੁਣਦੇ ਹਾਂ, ਬਹੁਤ ਕੁਝ ਦੇਖਦੇ। ਅੱਜ ਕੱਲ੍ਹ ਆਪਾਂ ਦੇਖਦੇ ਸੋਸ਼ਲ ਮੀਡੀਆ ਹਰ ਮਨੁੱਖ ਦੀ ਜੇਬ ਦੇ ਵਿੱਚ ਹੈ। ਜਿੱਥੇ ਵੀ ਬੰਦੇ ਬੈਠੇ ਹੁੰਦੇ ਨੇ, ਫੋਨ ਖੋਲ ਕੇ ਬੈਠੇ ਹੁੰਦੇ ਨੇ। ਕਿਤੇ ਵੀ ਤੁਸੀਂ ਦਫ਼ਤਰਾਂ ਚੱਲ ਜਾਓ, ਕਿਤੇ ਵੀ ਤੁਸੀਂ ਦੇਖ ਲਓ, ਬੰਦਾ ਹਰ ਵੇਲੇ ਕੁਝ ਨਾ ਕੁਝ ਦੇਖਦਾ ਰਹਿੰਦਾ ਹੈ। ਪਰ ਇਹ ਸਭ ਕੁਝ ਮਨੁੱਖ ਦੀ ਮੱਤ ਨੂੰ ਉੱਚੀਆਂ ਨਹੀਂ ਕਰਦੇ। ਉਹਦੇ ਨਾਲੋਂ ਇੱਕੋ ਹੀ ਗੱਲ ਗਿਆਨ ਦੀ ਜੇ ਗੁਰੂ ਪਾਸੋਂ ਮਿਲ ਜਾਏ, ਮਨੁੱਖ ਦੀ ਮੱਤ ਮਹਾਨ ਬਣ ਜਾਂਦੀ। ਮਨੁੱਖ ਦੇ ਨੂੰ ਹੀਰੇ, ਰਤਨ ਜਵਾਹਰ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਰਦਾਸ ਕਰੀਏ, ਕਿਉਂਕਿ ਇਹ ਮੱਤ ਕਿਤੋਂ ਖਰੀਦੀ ਨਹੀਂ ਜਾਣੀ। ਇਹ ਮੱਤ ਕੇਵਲ ਕਿਤਾਬਾਂ ਪੜ੍ਹਿਆ ਨਹੀਂ ਮਿਲਣੀ। ਕਿਤਾਬਾਂ ਸਾਨੂੰ ਸਿਆਣਿਆਂ ਬਣਾ ਸਕਦੀਆਂ ਨੇ, ਚਲਾਕ ਬਣਾ ਸਕਦੀਆਂ ਨੇ। ਅਸੀਂ ਦੇਖਦੇ ਹਾਂ ਐਜੂਕੇਸ਼ਨ ਦਾ ਯੁੱਗ ਹੈ, ਬੜੀਆਂ ਯੂਨੀਵਰਸਿਟੀਆਂ ਨੇ, ਬੜੇ ਕਾਲਜ ਨੇ, ਬੜੇ ਇੰਸਟੀਚਿਊਟ ਨੇ। ਅਸੀਂ ਕਹਿੰਦੇ ਹਾਂ ਕਿ ਐਜੂਕੇਸ਼ਨ ਦਾ ਯੁੱਗ ਹੈ। ਜੇ ਐਜੂਕੇਸ਼ਨ ਦਾ ਯੁੱਗ ਹੈ ਤੇ ਮਨੁੱਖੀ ਸਮਾਜ ਵਧੀਆ ਕਿਉਂ ਨਹੀਂ ਬਣਿਆ? ਚੋਰੀ ਕਰਨ ਦੇ ਤਰੀਕੇ ਨਵੇਂ-ਨਵੇਂ ਆ ਗਏ ਨੇ। ਅੱਗੇ ਕੋਈ ਤੁਹਾਨੂੰ ਰਾਜ ਘੇਰ ਕੇ ਚੋਰੀ ਕਰਦਾ, ਹੁਣ ਘਰ ਬੈਠਿਆਂ ਹੀ ਤੁਹਾਡੇ ਅਕਾਊਂਟ 'ਚੋਂ ਸਭ ਕੁਝ ਕੱਢ ਲੈਂਦਾ। ਇਹੀ ਕੁਝ ਆਇਆ ਨਾ ਐਜੂਕੇਸ਼ਨ ਦੇ ਰਾਹੀਂ। ਐਜੂਕੇਸ਼ਨ ਦੇ ਰਾਹੀਂ ਸਮਾਜ ਜਿਹੜਾ ਟੁੱਟਣਾ ਸ਼ੁਰੂ ਹੋ ਗਿਆ। ਐਜੂਕੇਸ਼ਨ ਮਾੜੀ ਨਹੀਂ ਹੈ, ਪਰ ਐਜੂਕੇਸ਼ਨ ਦੇ ਰਾਹੀਂ ਮਨੁੱਖ ਨੇ ਸਿੱਖਿਆ ਕੀ ਹੈ? ਉਹ ਜਿਹੜੀ ਮੱਤ ਹੈ ਨਾ, ਉੱਚੀ ਮੱਤ, ਉਹ ਗੁਰੂ ਦੀ ਮੱਤ ਦੇ ਰਾਹੀਂ ਮਿਲਣੀ ਹੈ, ਉਹ ਧਰਮ ਦੇ ਵਿੱਚੋਂ ਮਿਲਣੀ ਹੈ, ਰੱਬ ਦੀ ਮਿਹਰ ਦੇ ਨਾਲ ਮਿਲਣੀ ਹੈ। ਇਸ ਕਰਕੇ ਸਾਹਿਬ ਕਹਿੰਦੇ ਕਿ ਵਾਹਿਗੁਰੂ ਮੈਨੂੰ ਇਹੋ ਜਿਹੀ ਮੱਤ ਦਿਓ ਕਿ ਮੈਂ ਸਦਾ ਤੁਹਾਨੂੰ ਸਿਮਰਾਂ। ਉਹ ਮੱਤ ਕਿੱਥੋਂ ਮਿਲੇਗੀ? ਸਤਿਗੁਰੂ ਜੀ ਆਰੰਭ ਦੇ ਵਿੱਚੋਂ ਇਹ ਗੱਲ ਸਾਨੂੰ ਸਮਝਾ ਰਹੇ ਹਨ। ਬਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਵਾਹਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ, ਜਿਹੜੇ ਤੁਹਾਡੇ ਸੰਤ ਜਨ ਨੇ, ਤੁਹਾਡੇ ਪਿਆਰੇ ਨੇ, ਮਹਾਂਪੁਰਖ ਨੇ। ਸੰਤ ਦਰਸ ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਕਿਸੇ ਲਿਬਾਸ ਨੂੰ ਨਹੀਂ ਕਿਹਾ, ਸੰਤ ਕੇਵਲ ਕਿਸੇ ਵਿਅਕਤੀ ਨੂੰ ਨਹੀਂ ਕਿਹਾ। ਸੰਤ ਇੱਕ ਅਵਸਥਾ ਹੈ ਜਿੱਥੇ ਪਹੁੰਚ ਕੇ ਹਮੇਸ਼ਾ ਬੰਦਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਹੀ ਜਿਉਂਦਾ ਹੈ, ਸਵਾਸ ਗਰਾਸ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਰਹਿੰਦਾ ਹੈ। ਸਾਹਿਬ ਕਹਿੰਦੇ ਵਾਹਿਗੁਰੂ ਜੀ ਬਖਸ਼ਿਸ਼ ਕਰੋ, ਮੈਂ ਤੁਹਾਡੇ ਜਿਹੜੇ ਸੰਤ ਜਨ ਨੇ ਉਹਨਾਂ ਦੇ ਅੱਗੇ ਸੇਵਾ ਕਰਾਂ, ਪਾਣੀ ਢੋਵਾਂ ਉਹਨਾਂ ਦੇ ਅੱਗੇ, ਉਹਨਾਂ ਦੀ ਪੱਖੇ ਦੇ ਨਾਲ ਸੇਵਾ ਕਰਾਂ, ਉਹਨਾਂ ਦੇ ਲਈ ਮੈਂ ਆਟਾ ਚੱਕੀ ਦੇ ਨਾਲ ਪੀਵਾਂ, ਔਰ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਗੁਣ ਗੋਬਿੰਦ ਜਸ ਗਾਈ। ਸੰਤ ਮਹਾਨ ਨੇ, ਪਰ ਸੰਤਾਂ ਕੋਲ ਜਾ ਕੇ ਕਰਨਾ ਕੀ ਹੈ? ਸੰਤਾਂ ਕੋਲ ਜਾ ਕੇ ਕਿਸੇ ਮਨੁੱਖ ਦੇ ਗੁਣ ਨਹੀਂ ਗਾਉਣੇ। ਸੰਤਾਂ ਕੋਲ ਜਾ ਕੇ ਕੇਵਲ ਅਸੀਂ ਆਪਣੇ ਦੁਨਿਆਵੀ ਸੁੱਖਾਂ ਦੀ ਲਾਲਸਾ ਹੀ ਨਹੀਂ ਰੱਖਣੀ। ਸੰਤਾਂ ਕੋਲ ਜਾ ਕੇ ਗੁਣ ਗੋਬਿੰਦ ਜਸ ਗਾਈ। ਸੰਤ ਹੈ ਹੀ ਉਹ ਹੈ ਜਿਹੜਾ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜੇ, ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੋੜੇ, ਜਿਹੜਾ ਕੇਵਲ ਆਪਣੇ ਗੋਡੇ ਘੁੱਟਣ ਨੱਪਣ ਤੱਕ ਹੀ ਰੱਖੇ ਨਾ ਮਾਫ ਕਰਨਾ, ਉਹ ਸੰਤ ਨਹੀਂ ਹੋ ਸਕਦਾ। ਸੰਤ ਦੀ ਇਹ ਵਡਿਆਈ ਹੈ ਕਿ ਸੰਤ ਮਨੁੱਖ ਨੂੰ ਸੱਚ ਦੀ ਸੋਝੀ ਦਿੰਦੇ, ਪਰਮਾਤਮਾ ਵਿੱਚ ਲਿਵਲੀਨ ਕਰਦੇ ਨੇ। ਸਾਹਿਬ ਜੀ ਕਹਿੰਦੇ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਮਿਲੇ, ਉਹਨਾਂ ਅੱਗੇ ਪਾਣੀ ਢੋਵਾਂ, ਪੱਖਾ ਫੇਰਾਂ, ਔਰ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਗੁਣ ਗੋਬਿੰਦ ਜਸ ਗਾਈ। ਉਹ ਗੋਬਿੰਦ ਦਾ ਅਰਥ ਹੈ ਪ੍ਰਿਥਵੀ ਦਾ ਜੋ ਮਾਲਕ ਪਰਮਾਤਮਾ, ਉਹਦੇ ਗੁਣ ਗਾਵਾਂ, ਉਹਦੀ ਕੀਰਤੀ ਕਰਾਂ। ਭਾਵ ਕਿ ਸਤ ਸੰਗਤ ਵਿੱਚ ਆਉਣ ਦਾ ਮਨੋਰਥ ਹੈ ਅਸੀਂ ਪਰਮਾਤਮਾ ਦੇ ਗੁਣ ਗਾਈਏ। ਸਤ ਸੰਗਤ ਮਹਾਨ ਹੈ, ਮਹਾਂਪੁਰਖ ਮਹਾਨ ਨੇ, ਪਰ ਜਦੋਂ ਅਸੀਂ ਉਹਨਾਂ ਕੋਲ ਜਾ ਕੇ ਵਾਹਿਗੁਰੂ ਜੀ ਦੀ ਕੀਰਤੀ ਕਰਾਂਗੇ ਤਾਂ ਹੀ ਮਹਾਨ ਬਣਾਂਗੇ।
ਜੇ ਅਸੀਂ ਕੇਵਲ ਦੁਨੀਆ ਤੱਕ ਹੀ ਸੀਮਤ ਹੋ ਕੇ ਰਹਿ ਗਏ, ਜਾਂ ਜਿਹੜਾ ਕੇਵਲ ਸਾਨੂੰ ਦੁਨੀਆ ਤੱਕ ਹੀ ਸੀਮਤ ਕਰ ਦੇਵੇ ਕਿ ਜਾ ਤੇਰੀਆਂ ਆ ਮੰਗਾਂ ਪੂਰੀਆਂ ਹੋਣਗੀਆਂ, ਲੋੜ ਪੂਰੀ ਹੋਈ, ਕੰਮ ਰਾਸ ਹੋਣਗੇ, ਮੁਬਾਰਕ ਹੈ ਸਭ ਕੁਝ। ਪਰ ਜੇ ਅਸੀਂ ਵਾਹਿਗੁਰੂ ਜੀ ਦੇ ਪਿਆਰ 'ਚ ਨਹੀਂ ਜੁੜੇ, ਦੁਨਿਆਵੀ ਕਾਰੋਬਾਰ ਆ ਗਿਆ, ਹੰਕਾਰ ਆ ਗਿਆ, ਤੇ ਸਾਡਾ ਸਤ ਸੰਗਤ ਵਿੱਚ ਜਾਣਾ ਸਫਲ ਕਿਵੇਂ ਹੋਏਗਾ? ਸਫਲ ਤੇ ਤਾਂ ਹੋਵੇਗਾ ਨਾ ਜੇ ਅਸੀਂ ਸਤ ਸੰਗਤ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ। ਇਸ ਕਰਕੇ ਸਾਹਿਬ ਕਹਿੰਦੇ ਮੈਂ ਤੁਹਾਡੇ ਪਿਆਰਿਆਂ ਸੰਤਾਂ ਅੱਗੇ ਜਾ ਕੇ ਸੇਵਾ ਕਰਾਂ, ਪਾਣੀ ਢੋਵਾਂ, ਪੱਖਾ ਫੇਰਾਂ, ਤੇ ਗੁਣ ਗੋਬਿੰਦ ਜਸ ਗਾਈ, ਵਾਹਿਗੁਰੂ ਜੀ ਦੇ ਗੁਣ ਗਾਵਾਂ, ਉਹਦੀ ਕੀਰਤੀ ਕਰਾਂ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਵਿਸਰਾਮ ਨਿਧ ਪਾਈ। ਸਾਸ ਸਾਸ ਮਨ ਨਾਮ ਸਮਾਰੇ, ਮੇਰਾ ਇਹ ਮਨ ਜਿਹੜਾ ਹੈ ਨਾ, ਹਰ ਸਵਾਸ ਦੇ ਰਾਹੀਂ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਸਿਮਰੇ, ਉਹਨੂੰ ਹੀ ਯਾਦ ਕਰੇ। ਇਹ ਵਿਸਰਾਮ ਨਿਧ ਪਾਈ, ਨਿਧ ਕਹਿੰਦੇ ਨੇ ਖਜ਼ਾਨੇ ਨੂੰ। ਵਿਸਰਾਮ ਆਪਾਂ ਕਹਿੰਦੇ ਆ ਬੜਾ, ਜਦੋਂ ਆਰਾਮ ਦੀ ਗੱਲ ਹੋਏ ਨਾ, ਵਿਸਰਾਮ ਕਰ ਰਹੇ, ਸੁਖ ਸ਼ਾਂਤੀ 'ਚ ਬੈਠੇ ਹੋਈਏ। ਮੇਰੇ ਲਈ ਸੁਖ ਸ਼ਾਂਤੀ ਦਾ ਖਜ਼ਾਨਾ ਇਹੀ ਹੈ ਕਿ ਮੈਂ ਸਤਿਪੁਰਖਾਂ ਦੇ ਕੋਲ ਬੈਠ ਕੇ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂ, ਵਾਹਿਗੁਰੂ ਜੀ ਤੁਹਾਡੇ ਗੁਣ ਗਾਇਨ ਕਰਾਂ। ਤੁਮ ਕਰਹੁ ਦਇਆ ਮੇਰੇ ਸਾਈ, ਇਹ ਮੇਰੇ ਮਾਲਕ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਇਹ ਦਇਆ ਦ੍ਰਿਸ਼ਟੀ ਕਰੋ ਜੀ। ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇਹ ਮੇਰੇ ਸੁਆਮੀ ਮੈਨੂੰ ਇਹੋ ਜਿਹੀ ਮਤ ਦਿਓ, ਕਿਉਂਕਿ ਮਤ ਹੀ ਹੈ ਜਿਹੜੀ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜੇਗੀ। ਗੁਰਬਾਣੀ ਕਹਿੰਦੀ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ, न लगे तत्ती वाहो जियो। बंदिया जे तू गुरु कोल आके मन की मत त्याग देवें, गुरु की मत नूं ग्रहण कर लवें, मन विच परमात्मा दे प्यार नूं वसा लवें, तेनू वाहिगुरू जी दे दीदार हो जाणगे। वाहिगुरू जी ते दूर किते नहीं है, सिर्फ साडी मन मत ही रस्ते विच रुकावट बनी बैठी है। वो मन मत ही सानू रब दे प्यार जोड़ नहीं दिंदी। परमात्मा ते सर्व व्यापक है, सारे बन्ने है, सिर्फ मन दी मत नूं छड्डण दी लोड़ है। सतगुरु साहिब जी कहंदे ने कि असी जदों गुरु दी मत नूं ग्रहण करांगे ना, इउं पावे हर दरसा बड़ा, वाहिगुरू जी दे दीदार हो जाणगे। परमात्मा दे दीदार करन दे लई घर त्यागण दी लोड़ नहीं है, शरीर नूं कष्ट देण दी लोड़ नहीं है, जंगलां बेलियां च जाण दी लोड़ नहीं है, भुखिया रहण दी लोड़ नहीं है। परमात्मा नूं प्राप्त करन दे लई मन दी मत नूं त्यागण दी लोड़ है। असीं जदों गुरु कोल आउंदे आ, गुरु नूं मस्तक झुकाउंदे आ, मत्था टेकण दा अर्थ की है? मत्था टेकण दा अर्थ है कि जिहड़ियां मेरे सिर च सियाणपां ने, चितराइयां, हंकार सतगुरू जी तुहाडे अगे मैं रख दित्ता है। अज तो बाद तुहाडी मत नूं ग्रहण करांगा, तुहाडे हुक्म अनुसार चलांगा। ते गुरबाणी कहंदी जदों असीं मन दी मत त्याग देवांगे ना, इउं पावें हर दरसा बड़ा, वाहिगुरू जी दे दीदार कर लवांगे। इस करके साहिब कहंदे वाहिगुरू जी तुसीं मैनूं इहो जी मत दिओ, मैं सदा तुहाडा सिमरन करां, हमेशा तुहानूं याद रखां जी। रहाओ तुमरी कृपा ते मोह मान छूटा, बिन सजाए परमाई। क्योंकि जिहड़ी मत साडे कोल है वो हंकार वाली मत है। अहंग बुद्ध कर्म कमावणे, गिर बालू नी बहावा बहावणे। हंकार विच जिन्ने असीं कर्म करदे, भावें वो धार्मिक क्यों नहीं है, सेवा करदे जे हंकार विच है, सिमरन करदे जे हंकार विच है, बाणी पढ़दे जे हंकार विच है, कोई दान पुण्य करदे जे हंकार विच है, वो तो इवें है जिवें रेत दे उपर पानी डोली जाओ, कोई अर्थ नहीं होता। गुरबाणी ये गल कहंदी तीर्थ बरत अरदान कर मन में धरे गुमान, नानक निफल जात ज्यों कुंचर इशनान। कुंचर कहंदे हाथी नूं, हाथी नहा ले मुड़ के अपने आप ते मिट्टी पा लैंदा है। इवें धर्म कर्म बहुत हो रहा है, ये नहीं कि धरती ते चंगे काम नहीं हो रहे। आपां देखदे आ धर्म स्थानां ते बेअंत लोग आउंदे ने, बेअंत धर्म कर्म करन वाले ने, पाठ पूजा हो रहे ने। जिधर जाओ किसी भी कम्यूनिटी चले जाओ तुसीं, हर समाज दे अंदर धर्म नूं मनण वालियां दी गिणती बहुत वड्डी है। खास करके अपने मुल्क विच जदों असीं देखदे हां धर्म नूं मनण वालियां दी ते गिणती बहुत ही वड्डी है। धर्म स्थानां ते लखां दी तादाद विच संगतां जुड़दियां ने, दान पुण्य हुंदे ने, वड्डे वड्डे जोड़ मेले लगदे ने, लंगर लगदे ने। कारण की है कि साडा समाज उच्चा क्यों नहीं उठ रहा? समाज आए दिन निगरदा क्यों जा रहा है? समाज विच आपां देखदे हां अनैतिकता वधदी चली जा रही, उहदा कारण की है? उहदा कारण यही है कि जो कुछ हो रहा है अहंकार विच हो रहा है, वो अडंबर विच हो रहा है, मन विच प्यार करके नहीं हो रहा। आपां देखदे हां कोई बंदा धर्म कर्म कर ले ना, उहदा अडंबर करदा, दिखावा करदा। आपां कहने कि किसी नूं पता लग जाए असीं धार्मिक कर्म कीता है, ना लिख दिओ।
ਮੜੀਆਂ 'ਚ ਚਲ ਜਾਓ, ਉੱਥੇ ਵੀ ਨਾਂ ਲਿਖੇ ਨੇ ਲਿਖਣ ਵਾਲਿਆਂ ਨੇ। ਉਹ ਜਿਹਦੇ ਤੇ ਆਪਾਂ ਮੁਰਦੇ ਨੂੰ ਲੈ ਕੇ ਜਾਂਦੇ ਉਹਨਾਂ ਫੱਟਿਆਂ ਤੇ ਵੀ ਨਾਂ ਲਿਖੇ ਦਾਨੀ ਸੱਜਣਾ ਦੇ ਨਾਮ। ਕਦੀ ਤੁਸੀਂ ਕਿਸ ਠੇਕੇ ਦੇ ਬਾਹਰ ਕਿਸੇ ਦਾ ਨਾਂ ਲਿਖਿਆ ਦੇਖਿਆ ਕਿ ਇੰਨੇ ਦੀ ਸ਼ਰਾਬ ਪੀ ਲਈ ਕਿਸੇ ਨੇ? ਜੂਆ ਘਰ ਦੇ ਬਾਹਰ ਕਿਸੇ ਦਾ ਨਾਂ ਲਿਖਿਆ ਦੇਖਿਆ ਤੁਸੀਂ? ਕਿਤੇ ਨਹੀਂ ਦੇਖੋਗੇ ਤੁਸੀਂ। ਜਾਂ ਮਾੜੇ ਕੰਮਾਂ ਪਾਸੇ ਖਰਚ ਕੀਤੇ ਪੈਸੇ ਦਾ ਨਾਂ ਕਿਤੇ ਲਿਖੇ ਦੇਖਿਆ? ਕਿਤੇ ਨਹੀਂ ਦੇਖੋਗੇ। ਧਰਮ ਸਥਾਨਾਂ ਤੇ ਤੁਹਾਨੂੰ ਇਹ ਸਭ ਕੁਝ ਮਿਲ ਜਾਏਗਾ। ਉੱਥੇ ਜੇ ਨਾਮ ਬੋਲਿਆ ਨਾ ਜਾਏ ਕਿ ਨਾਰਾਜ਼ ਹੀ ਹੋ ਜਾਂਦੇ ਨੇ। ਕਾਰਨ ਇਹ ਹੈ ਕਿ ਅਸੀਂ ਜ਼ਿਮੀਂਦਾਰ ਜਦੋਂ ਕੋਈ ਫਸਲ ਬੀਜਦਾ ਹੈ ਨਾ, ਜਿਹੜੇ ਦਾਣੇ ਡੂੰਘੇ ਚੱਲ ਜਾਣ ਸਿਆੜ ਵਿੱਚ ਉਹਨਾਂ ਤੇ ਸੁਹਾਗਾ ਦੇ ਦਿਓ, ਉਹ ਤੇ ਦਾਣੇ ਉੱਗ ਪੈਂਦੇ ਨੇ। ਤੇ ਜਿਹੜੇ ਬਾਹਰ ਹੀ ਸੁੱਟ ਦਿੱਤੇ ਉਹਨਾਂ ਨੇ ਕਿਉਂ ਗਿਣਾ? ਤੇ ਚਿੜੀਆਂ ਚੋਗੀਆਂ, ਕਾਂ ਚੋਗੇ। ਧਰਮ ਦੇ ਖੇਤਰ ਦੇ ਅੰਦਰ ਬਹੁਤ ਕੁਝ ਧਰਮ ਕਰਮ ਹੋ ਰਹੇ ਨੇ, ਪਰ ਜੋ ਕੁਝ ਹੋ ਰਿਹਾ ਹੈ ਉਹ ਕੇਵਲ ਹੰਕਾਰ 'ਚ ਹੋ ਰਿਹਾ ਹੈ। ਉਹ ਸਭ ਕੁਝ ਜਿਵੇਂ ਪੰਛੀ ਚੁਗ ਜਾਂਦੇ ਚੁਗਿਆ ਜਾ ਰਿਹਾ, ਆਕਾਰ ਤੁਰਿਆ ਜਾ ਰਿਹਾ। ਜਿਵੇਂ ਆਪਾਂ ਪਾਣੀ ਤੇ ਰੇਤ ਤੇ ਪਾਣੀ ਪਾਈ ਚਲੇ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਤੁਸੀਂ ਸਭ ਤੇ ਕਿਰਪਾ ਕਰਕੇ ਮੈਨੂੰ ਇਹੋ ਜਿਹੀ ਮੱਤ ਦਿਓ, ਤੁਹਾਡੀ ਕਿਰਪਾ ਸਦਕਾ ਮੋਹ ਮਾਨ ਛੂਟੇ, ਮੇਰੇ ਅੰਦਰੋਂ ਮੋਹ ਖਤਮ ਹੋ ਜਾਏ, ਮੇਰੇ ਅੰਦਰੋਂ ਅਹੰਕਾਰ ਖਤਮ ਹੋ ਜਾਏ, ਔਰ ਬਿਨਸ ਜਾਏ ਭਰਮਾਈ, ਮੇਰੇ ਅੰਦਰੋਂ ਭਟਕਣਾ ਮੁੱਕ ਜਾਏ। ਆ ਜਿਹੜੇ ਭਰਮ ਬਣੇ ਆ, ਭਟਕਣਾ ਬਣੀ, ਇਹ ਖਤਮ ਹੋ ਜਾਏ। ਜਿੰਨਾ ਚਿਰ ਅਸੀਂ ਧਰਮ ਕਰਮ ਕਰਦੇ ਹਾਂ ਹੰਕਾਰ 'ਚ ਰਵਾਂਗੇ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਆਪਾਂ ਦੇਖਦੇ ਹਾਂ ਜੇਠ ਹਾੜ ਦੇ ਦਿਨ ਹੁੰਦੇ ਨੇ, ਬੜੀ ਲੂ ਵਗਦੀ ਹੈ, ਸਾਰੇ ਪਾਸੇ ਮਾੜੇ ਮੋਟੇ ਬੂਟੇ ਸੜ ਸੁੱਕ ਜਾਂਦੇ ਨੇ, ਧਰਤੀ ਦੇ ਉੱਪਰ ਘਾਹ ਨਹੀਂ ਨਜ਼ਰ ਆਉਂਦਾ ਕਈ ਥਾਵਾਂ ਤੇ। ਲੇਕਿਨ ਫੇਰ ਮੀਂਹ ਪੈਂਦਾ, ਸੌਣ ਭਾਦੋਂ ਦੇ ਦਿਨ ਆਉਂਦੇ ਨੇ, ਸਾਰੇ ਪਾਸੇ ਕਿੰਨਾ ਘਾਹ ਹੋ ਜਾਂਦਾ, ਬੂਟੇ ਉੱਗ ਪੈਂਦੇ। ਆਪਾਂ ਬੀਜਦੇ ਤਾਂ ਨਹੀਂ ਨਾ, ਉਹ ਫਿਰ ਹਰੇ ਹੋ ਜਾਂਦੇ ਨੇ। ਜਿਹੜੇ ਬੂਟੇ ਕੇਵਲ ਤਪਸ ਨਾਲ ਸੁੱਕੇ ਨੇ ਉਹ ਤੇ ਹਰੇ ਹੋ ਸਕਦੇ ਨੇ, ਪਰ ਜਿਹੜੇ ਪਾਣੀ 'ਚ ਰਹਿ ਕੇ ਸੁੱਕ ਜਾਂਦੇ ਨੇ, ਪਾਣੀ ਖੜਾ ਰਹੇ ਲਗਾਤਾਰ, ਵੱਡੇ ਵੱਡੇ ਬੂਟੇ ਸੁੱਕ ਜਾਂਦੇ, ਉਹ ਕਦੀ ਹਰੇ ਨਹੀਂ ਹੋ ਸਕਦੇ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਤੱਤੀ ਤੋਏ ਨਾ ਪਲਵੈ ਜੇ ਜਲ ਟੁੰਬੀ ਦੇ, ਫਰੀਦਾ ਜੋ ਡੋਹਾਗਣ ਰੱਬ ਦੀ ਚੋਰੇਂਦੀ ਚੋਰੇ। ਅੱਗ ਦੀ ਸੜੀ ਹੋਈ ਚੀਜ਼ ਜਿਹੜੀ ਹੈ, ਪਾਣੀ ਦੀ ਸੜੀ ਹੋਈ ਚੀਜ਼ ਜਿਹੜੀ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਕਦੀ ਹਰੀ ਭਰੀ ਨਹੀਂ ਹੋ ਸਕਦੀ। ਬਾਹਰੀ ਦੁਨੀਆ 'ਚ ਕੋਈ ਧਨ ਦਾ ਹੰਕਾਰ ਕਰੇ ਮਾੜਾ ਹੈ, ਰਾਜ ਦਾ ਹੰਕਾਰ ਕਰੇ ਮਾੜਾ ਹੈ, ਕੋਈ ਹੰਕਾਰ ਕਰੇ ਮਾੜਾ ਹੈ। ਲੇਕਿਨ ਧਰਮ ਦੀ ਦੁਨੀਆ 'ਚ ਹੰਕਾਰ ਕਰੇ ਬੰਦਾ, ਉਹ ਤੇ ਬੜਾ ਖਤਰਨਾਕ ਹੈ। ਇਸ ਕਰਕੇ ਇੱਕ ਸੱਪ ਹੁੰਦਾ ਕਿਤੇ ਸਾਹਮਣੇ ਸਾਡੇ, ਸਾਨੂੰ ਪਤਾ ਹੈ ਕਿ ਸੱਪ ਖਤਰਨਾਕ ਹੈ, ਉਹਦੇ ਤੋਂ ਅਸੀਂ ਬਚ ਜਾਵਾਂਗੇ, ਬਚਣ ਦਾ ਕੋਈ ਰਾਹ ਲੱਭ ਲਵਾਂਗੇ। ਪਰ ਇੱਕ ਹੁੰਦੀ ਗੁੜ 'ਚ ਦਿੱਤੀ ਜ਼ਹਿਰ, ਗੁੜ 'ਚ ਦਿੱਤੀ ਜ਼ਹਿਰ ਜਿਹੜੀ ਉਹਦਾ ਪਤਾ ਹੀ ਨਹੀਂ ਲੱਗਦਾ, ਸਵਾਦ ਨਾਲ ਖਾਈ ਚਲੇ ਜਾਂਦੇ, ਬੜੀ ਘਾਤਕ ਹੁੰਦੀ ਹੈ। ਧਰਮ ਦਾ ਹੰਕਾਰ ਜਿਹੜਾ ਇਹ ਗੁੜ ਦੀ ਜ਼ਹਿਰ ਦੇ ਵਾਂਗੂ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਹੰਕਾਰ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਮੈਨੂੰ ਇਹੋ ਜਿਹੀ ਮੱਤ ਦਿਓ ਕਿ ਮੇਰੇ ਅੰਦਰੋਂ ਅਹੰਕਾਰ ਮਿਟ ਜਾਏ, ਮੇਰੇ ਅੰਦਰੋਂ ਮੋਹ ਮਿਟ ਜਾਏ, ਮੇਰੇ ਅੰਦਰੋਂ ਇਹ ਭਰਮ ਭਟਕਣਾ ਮੁੱਕ ਜਾਏ। ਇਹੋ ਜਿਹੀ ਮੱਤ ਮੈਨੂੰ ਬਖਸ਼ਿਸ਼ ਕਰੋ ਜੀ। ਇਹ ਸਭ ਕੁਝ ਤੁਹਾਡੀ ਕਿਰਪਾ ਸਦਕਾ ਹੋਣਾ। ਇਹ ਹੰਕਾਰ ਕਿਸੇ ਸਿਆਣਪ ਨਾਲ ਨਹੀਂ ਮਿਟਣਾ, ਕੇਵਲ ਪਾਠ ਕੀਤਿਆਂ ਨਹੀਂ ਮਿਟਣਾ। ਗੁਰਬਾਣੀ ਦਾ ਇੱਕ ਬਚਨ ਅਸੀਂ ਪੜ੍ਹਦੇ, ਪਾਠ ਪਰਿਵਾਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਾਹਿਗੁਰੂ ਜੀ ਸਾਨੂੰ ਵਿਵੇਕ ਮਤ ਬਖਸ਼ਿਸ਼ ਕਰੋ। ਬਾਕੀ ਇਹਦੇ ਨਾਲ ਹੀ ਅਸੀਂ ਉੱਚੇ ਉੱਠ ਸਕਦੇ ਹਾਂ, ਹੋਰ ਕਿਸੇ ਸਾਧਨ ਨਾਲ ਅਸੀਂ ਇਹਨਾਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ। ਤੁਹਾਡੀ ਕਿਰਪਾ ਨਾਲ ਹੰਕਾਰ ਮਿਟ ਸਕਦਾ ਹੈ, ਮਾਨ ਮਿਟ ਸਕਦਾ ਹੈ, ਭਟਕਣਾ ਮੁੱਕ ਸਕਦੀ ਹੈ ਜੀ। ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖੋ ਜਾਈ। ਤੁਹਾਡੀ ਕਿਰਪਾ ਸਦਕਾ ਜਦੋਂ ਮੇਰੇ ਅੰਦਰੋਂ ਅਹੰਕਾਰ ਮਾਨ ਭਟਕਣਾ ਮੁੱਕ ਜਾਏਗੀ, ਫਿਰ ਮੈਂ ਜਿੱਧਰ ਵੀ ਜਾਵਾਂ ਜਤ ਕਤ ਪੇਖੋ ਜਾਈ, ਜਿੱਧਰ ਵੀ ਦੇਖਾਂ ਆਨੰਦ ਰੂਪ ਰਵਿਓ ਸਭ ਮਦੇ, ਮੈਨੂੰ ਸਾਰੇ ਥਾਵਾਂ ਤੇ ਆਨੰਦ ਰੂਪ ਪਰਮਾਤਮਾ ਹੀ ਨਜ਼ਰ ਆਏ। ਹਰ ਹਿਰਦੇ ਵਿੱਚੋਂ ਪਰਮਾਤਮਾ ਨਜ਼ਰ ਆਏ, ਹਰ ਹਿਰਦੇ ਵਿੱਚ ਜੋ ਰੱਬੀ ਜੋਤ ਉਹਦੇ ਮੈਨੂੰ ਦੀਦਾਰ ਹੋਣ। ਭਾਈ ਕਨ੍ਹਈਆ ਜੀ ਦੀ ਅਸੀਂ ਗਾਥਾ ਪੜ੍ਹਦੇ ਹਾਂ, ਮੈਦਾਨੇ ਜੰਗ 'ਚ ਪਾਣੀ ਪਿਆਉਂਦੇ ਆ, ਸਾਰੇ ਨੂੰ ਪਾਣੀ ਪਿਆਈ ਜਾਂਦੇ ਨੇ। ਸਤਿਗੁਰੂ ਜੀ ਦੇ ਕੋਲ ਖਬਰ ਪਹੁੰਚੀ, ਸਤਿਗੁਰੂ ਜੀ ਨੇ ਬੁਲਾਇਆ, ਭਾਈ ਸਾਹਿਬ ਤੁਸੀਂ ਵਿਰੋਧੀਆਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ। ਉਹਨਾਂ ਇੱਕੋ ਗੱਲ ਕੀ, ਪਾਤਸ਼ਾਹ ਜਦੋਂ ਤੁਹਾਡੇ ਕੋਲ ਆਏ ਨਾ, ਇੱਕੋ ਇੱਕ ਗੱਲ ਸਿੱਖੀ ਹੈ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਵਾਹਿਗੁਰੂ ਜੀ ਮੈਨੂੰ ਇਹੋ ਜਿਹੀ ਮੱਤ ਦਿਓ ਕਿ ਮੈਂ ਜਿੱਧਰ ਜਾਵਾਂ ਤੁਸੀਂ ਹੀ ਮੈਨੂੰ ਨਜ਼ਰ ਆਓ, ਤੁਹਾਡਾ ਆਨੰਦ ਸਰੂਪ ਜਿਹੜਾ ਹੈ ਉਹਦੇ ਦੀਦਾਰ ਹੋਣ ਜੀ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਾਤਿਤ ਪਾਵਨ ਗੋਸਾਈ। हे ਵਾਹਿਗੁਰੂ ਜੀ ਤੁਸੀਂ ਦਇਆ ਦੇ ਘਰ ਹੋ, ਦਇਆਲ ਦਾ ਅਰਥ ਦਇਆ ਦੇ ਘਰ ਹੋ, ਕਿਰਪਾਲ ਕਿਰਪਾ ਦੇ ਘਰ ਹੋ ਜੀ। ਕਿਰਪਾ ਨਿਧ ਅਰਥ ਹੈ ਕਿਰਪਾ ਦੇ ਖਜ਼ਾਨੇ ਹੋ ਤੁਸੀਂ।
ਤੁਸੀਂ ਪਤਤ ਪਾਵਨ ਗੋਸਾਈ, ਇੱਕ ਪਰਮਾਤਮਾ ਹੈ ਜਿਹੜਾ ਪਤਤਾਂ ਨੂੰ ਪਵਿੱਤਰ ਕਰ ਸਕਦਾ ਹੈ। ਪਤਦਰ ਜਿਹੜੇ ਡਿੱਗੇ ਹੋਏ, ਆਚਾਰ ਕਰਕੇ ਲਿਬੜੇ ਹੋਏ, ਬੜੇ ਹੀ ਨੀਵੇਂ ਡਿੱਗ ਚੁੱਕੇ ਨੇ, ਜਿਹੜੇ ਦੁਨਿਆਵੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਮਨੁੱਖ ਮਾੜਾ ਕੰਮ ਕਰੇ ਤੇ ਦੁਨੀਆ ਨੂੰ ਭੰਡਦੀ ਹੈ, ਦੁਨੀਆ ਉਹਨੂੰ ਦੁਰਕਾਰਦੀ ਹੈ, ਉਹਨੂੰ ਨੇੜੇ ਨਹੀਂ ਲੱਗਣ ਦਿੰਦੀ। ਕੇਵਲ ਇੱਕ ਪਰਮਾਤਮਾ। ਗੁਰੂ ਕੇ ਕੀਰਤਨੀਏ ਆਪ ਜੀ ਨੂੰ ਇੱਕ ਗੁਰੂ ਕਾ ਭਗਤ ਰਵਿਦਾਸ ਜੀ ਦਾ ਸ਼ਬਦ ਸੁਣਾ ਰਹੇ ਸਨ ਕਿ ਵਾਹਿਗੁਰੂ ਜੀਓ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ, ਜਾਂ ਕੀ ਸ਼ੋਹਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ। ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆ ਡਰਦੀ ਹੈ ਉਹਨਾਂ ਤੇ ਪ੍ਰਮਾਤਮਾ ਨਜ਼ਰੇ ਰਹਿਮਤ ਕਰ ਦਿੰਦਾ ਹੈ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਗਨਕਾ ਵਰਗੀਆਂ ਦਾ ਉਧਾਰ ਕਰ ਦਿੱਤਾ। ਗੁਰਬਾਣੀ ਇਹ ਗੱਲ ਕਹਿੰਦੀ, ਉਸ ਪ੍ਰਮਾਤਮਾ ਦਾ ਆਸਰਾ ਲਓ ਜਿਹਦੀ ਕਿਰਪਾ ਸਦਕਾ ਅਟਲ ਭਿਓ ਤਰੂ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਅਜਾਮਲ ਵਰਗੇ ਪਾਪੀਆਂ ਦਾ ਪਾਰ ਉਤਾਰਾ ਹੋ ਗਿਆ। ਹੁਣ ਸਮਾਜ ਵਿੱਚ ਬੰਦਾ ਗਲਤੀ ਕਰ ਲਈ, ਕਿਉਂਕਿ ਬੰਦਾ ਭੁੱਲਣਹਾਰ ਹੈ, ਗਲਤੀਆਂ ਦਾ ਪੁਤਲਾ ਹੈ, ਕਦੇ ਵੀ ਬੰਦੇ ਦੀ ਮੱਤ ਵਿਗੜ ਸਕਦੀ ਹੈ। ਹੰਕਾਰ ਨਹੀਂ ਹੈ ਕਿਸੇ ਨੂੰ, ਕਿਸੇ ਦੇ ਵੀ ਵਿਗੜ ਸਕਦੀ ਹੈ, ਪਰ ਸਮਾਜ ਉਸ ਨੂੰ ਮਾਫ ਨਹੀਂ ਕਰਦਾ। ਸਮਾਜ ਜਿਹੜਾ ਚਾਹੁੰਦਾ ਕਿ ਉਹੋ ਜੀ ਸਜ਼ਾ ਹੋ ਕਿ ਜੀਉ ਹੀ ਨਾ ਸਕੇ, ਰੋਟੀ ਖਾ ਨਾ ਸਕੇ। ਲੇਕਿਨ ਇੱਕ ਪਰਮਾਤਮਾ ਹੈ ਜਿਹੜਾ ਹਰ ਮਨੁੱਖ ਨੂੰ ਦੇ ਉੱਪਰ ਦਇਆ ਦ੍ਰਿਸ਼ਟੀ ਕਰਦਾ ਹੈ। ਉਹ ਪਤਤ ਪਾਵਨ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ, ਕਿਉਂਕਿ ਉਹ ਸਾਰਿਆਂ ਦਾ ਮਾਲਕ ਹੈ ਨਾ। ਉਹ ਚੰਗਿਆਂ ਦਾ ਵੀ ਹੈ, ਉਹ ਮਾੜਿਆਂ ਦਾ ਵੀ ਹੈ, ਉਹ ਸੰਤਾਂ ਦਾ ਵੀ ਹੈ, ਉਹ ਚੋਰਾਂ ਦਾ ਵੀ ਹੈ। ਜਿਵੇਂ ਮਾਂ ਪਿਓ ਦੇ ਬੱਚੇ ਹੁੰਦੇ ਨੇ, ਬੱਚਾ ਕੋਈ ਚੰਗਾ ਹੈ ਕੋਈ ਮਾੜਾ ਹੈ, ਪਰ ਮਾਂ-ਬਾਪ ਤੇ ਸਾਰਿਆਂ ਦਾ ਖਿਆਲ ਇੱਕੋ ਜਿਹਾ ਰੱਖਦਾ ਹੈ ਨਾ। ਉਹਦੇ ਮਨ 'ਚ ਤੇ ਸਾਰਿਆਂ ਦੇ ਪ੍ਰਤੀ ਮਮਤਾ ਇੱਕੋ ਜਿਹੀ ਹੈ ਨਾ। ਪਰਮਾਤਮਾ ਸਾਡਾ ਮਾਂ ਪਿਓ ਹੈ। ਇਸ ਕਰਕੇ ਸਾਹਿਬ ਕਹਿੰਦੇ, ਵਾਹਿਗੁਰੂ ਜੀ ਤੁਸੀਂ ਦਇਆ ਦੇ ਘਰ ਹੋ, ਤੁਸੀਂ ਕਿਰਪਾ ਦੇ ਘਰ ਹੋ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਗੋਸਾਈ। ਗੋ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ। ਤੁਸੀਂ ਪ੍ਰਿਥਵੀ ਦੇ ਮਾਲਕ ਹੋ। ਜਦੋਂ ਅਸੀਂ ਕਹਿੰਦੇ ਪਰਮਾਤਮਾ ਪ੍ਰਿਥਵੀ ਦਾ ਮਾਲਕ ਹੈ, ਤੇ ਪ੍ਰਿਥਵੀ ਦੇ ਜਿੰਨੇ ਵੀ ਜੀਵ ਨੇ ਉਹਨਾਂ ਸਾਰਿਆਂ ਦਾ ਮਾਲਕ ਵਾਹਿਗੁਰੂ ਜੀ ਹੈ ਨਾ। ਚੰਗਿਆਂ ਮਾੜਿਆਂ ਦਾ ਸਵਾਮੀ ਉਹੀ ਹੈ ਨਾ, ਰੋਟੀ ਦੇਣ ਵਾਲਾ ਉਹੀ ਹੈ ਨਾ। ਅੱਜ ਤੱਕ ਪਰਮਾਤਮਾ ਨੇ ਇਹ ਨਹੀਂ ਕਿਸੇ ਨੂੰ ਕਿਹਾ ਕਿ ਤੂੰ ਮੈਨੂੰ ਯਾਦ ਨਹੀਂ ਕਰਦਾ, ਤੈਨੂੰ ਮੈਂ ਰੋਟੀ ਨਹੀਂ ਦੇਣੀ। ਅਸੀਂ ਦੁਨਿਆਵੀ ਤੌਰ ਤੇ ਦੇਖੀਏ, ਜਿਹੜਾ ਸਾਡੀ ਗੱਲ ਨਾ ਕਰੇ ਆਪਾਂ ਕਹਿੰਦੇ ਬਸ ਤੈਨੂੰ ਤੇ ਰੋਟੀ ਨਹੀਂ ਦੇਣੀ, ਤੇਰਾ ਤੇ ਅਸੀਂ ਰਿਜ਼ਕ ਬੰਦ ਕਰ ਦੇਵਾਂਗੇ। ਅਸੀਂ ਉਹਦੀ ਵਿਰੋਧਤਾ 'ਚ ਖੜੇ ਹੋ ਜਾਂਦੇ ਹਾਂ। ਲੇਕਿਨ ਇਹ ਪ੍ਰਮਾਤਮਾ ਦੀ ਵਡਿਆਈ ਹੈ ਕਿ ਉਹ ਸਮੁੱਚੀ ਸ੍ਰਿਸ਼ਟੀ ਦੇ ਲੋਕਾਂ ਦਾ ਮਾਲਕ ਹੈ। ਉਹ ਪਾਪੀਆਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਵਾਹਿਗੁਰੂ ਜੀ ਤੁਸੀਂ ਹੀ ਪਾਪੀਆਂ ਨੂੰ ਪਵਿੱਤਰ ਕਰ ਸਕਦੇ, ਮੇਰੇ ਤੇ ਵੀ ਦਇਆ ਦ੍ਰਿਸ਼ਟੀ ਕਰੋ ਜੀ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਵਾਹਿਗੁਰੂ ਜੀ ਜੇ ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਬੁਲਾ ਲਓ ਨਾ, ਮੁਖ ਤੇ ਨਿਮਖ ਬੁਲਾਈ। ਇੱਕ ਨਿਮਖ ਭਰ ਸਮੇਂ ਲਈ ਵੀ ਜੇ ਮੈਂ ਤੁਹਾਡੇ ਨਾਮ ਨਾਲ ਜੁੜ ਜਾਵਾਂ, ਤੁਸੀਂ ਮੇਰੇ ਮੁਖ ਤੋਂ ਆਪਣਾ ਨਾਮ ਜਪਾ ਦਿਓ, ਕੋਟ ਸੁਖ ਆਨੰਦ ਰਾਜ ਪਾਏ। ਰਾਜ ਦੇ ਕਰੋੜਾਂ ਸੁੱਖ ਮੈਨੂੰ ਮਿਲ ਜਾਂਦੇ ਨੇ। ਕਰੋੜਾਂ ਰਾਜਾਂ ਦਾ ਸੁੱਖ ਆਨੰਦ ਮੈਂ ਮਾਣ ਸਕਦਾ ਹਾਂ ਜਦੋਂ ਤੁਸੀਂ ਮੇਰੇ ਤੇ ਬਖਸ਼ਿਸ਼ ਕਰ ਦਿਓ ਜੀ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕਾ ਮਨ ਭਾਈ। ਅਸੀਂ ਜਾਪ ਕਰਦੇ ਹਾਂ, ਕੋਈ ਤਪ ਕਰਦਾ ਹੈ, ਕੋਈ ਭਗਤੀ ਕਰਦਾ ਹੈ। ਧਰਮ ਦੀ ਦੁਨੀਆ 'ਚ ਬੇਅੰਤ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਲੱਗੇ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਬੇਅੰਤ ਤਰੀਕਿਆਂ ਨਾਲ ਪਰਮਾਤਮਾ ਵਾਲੇ ਪਾਸੇ ਦੁਨੀਆ ਲੱਗੀ ਹੋਈ ਹੈ। ਪਰ ਸਤਿਗੁਰੂ ਜੀ ਕਹਿੰਦੇ ਕੋਈ ਜਾਪ ਕੋਈ ਤਪ ਜਾਂ ਭਗਤੀ ਉਹੀ ਪ੍ਰਵਾਨ ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਜਪਜੀ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਪੜ੍ਹਦੇ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਹਾਏ ਕਰੀ। ਅਸੀਂ ਤੀਰਥਾਂ ਤੇ ਨਹਾਉਂਦੇ ਆ, ਨਹਾਉਣਾ ਤੇ ਤਾਂ ਹੀ ਪ੍ਰਵਾਨ ਜੇ ਅਸੀਂ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਜਾਈਏ। ਜੇ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਹੋ ਸਕੇ ਤੇ ਨਹਾਉਣ ਦਾ ਅਰਥ ਕੀ ਰਹਿ ਗਿਆ। ਇਸ ਕਰਕੇ ਸਾਹਿਬ ਕਹਿੰਦੇ ਉਹੀ ਜਾਪ ਉਹੀ ਤਪ ਉਹੀ ਭਗਤੀ ਪ੍ਰਵਾਨ ਹੈ ਜੋ ਵਾਹਿਗੁਰੂ ਜੀ ਨੂੰ ਚੰਗੀ ਲੱਗਦੀ ਹੈ। ਹੁਣ ਵਾਹਿਗੁਰੂ ਜੀ ਨੂੰ ਤੇ ਭਗਤੀ ਉਹੀ ਚੰਗੀ ਲੱਗੇਗੀ ਜਿਹਦੇ ਨਾਲ ਅਸੀਂ ਆਪਣੇ ਅਹੰਕਾਰ ਤੋਂ ਮੁਕਤ ਹੋਵਾਂਗੇ, ਜਿਹਦੇ ਨਾਲ ਉਹਦੇ ਪਿਆਰ ਵਿੱਚ ਜੁੜਾਂਗੇ, ਜਿਹਦੇ ਨਾਲ ਅਸੀਂ ਉਸ ਦੀ ਮਨੁੱਖਤਾ ਨੂੰ ਪਿਆਰ ਕਰਾਂਗੇ, ਮਾਨਵਤਾ ਨੂੰ ਪਿਆਰ ਕਰਾਂਗੇ। ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਰਸਤਾ ਦੱਸਿਆ ਉਹ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਦੁਨੀਆ ਤੋਂ ਵੱਖਰੇ ਹੋ ਕੇ ਅਸੀਂ ਰੱਬ ਦੀਆਂ ਰਹਿਮਤਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕੋਈ ਇਹ ਬੰਦਾ ਕਹੇ ਕਿ ਮੈਂ ਸੰਸਾਰ ਤੋਂ ਵੱਖਰਿਆਂ ਹੋ ਕੇ ਸੰਸਾਰ ਨੂੰ ਨਫ਼ਰਤ ਕਰਕੇ ਕੋਈ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰ ਲਵਾਂ। ਗੁਰਬਾਣੀ ਕਹਿੰਦੀ ਪਰਮਾਤਮਾ ਤੇ ਮਨੁੱਖਤਾ ਦੇ ਵਿੱਚ ਹੀ ਵਸਦਾ ਹੈ ਨਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ
ਵਿਚਵਾ ਸਭ ਮੈਂ ਜੋਤ ਜੋਤ ਹੈ ਸੋਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤਉ ਪ੍ਰਿਆ ਦੀ ਸਿਖਿਆਉ ਨਾ ਠਾਹੇ ਕਹੀਦਾ। ਜੇ ਉਸ ਵਾਹਿਗੁਰੂ ਜੀ ਨੂੰ ਮਿਲਣ ਦੀ ਤੇਰੇ ਮਨ ਅੰਦਰ ਭੁੱਖ ਹੈ, ਪਿਆਸ ਹੈ, ਫਿਰ ਕਦੀ ਕਿਸੇ ਦਾ ਦਿਲ ਨਾ ਧਕਾ। ਇਹਦਾ ਮਤਲਬ ਕਿ ਮਨੁੱਖਤਾ ਦੀ ਸੇਵਾ ਦੇ ਉੱਪਰ ਹੀ ਪ੍ਰਮਾਤਮਾ ਨੇ ਰੀਝਣਾ। ਸਾਡਾ ਜਪ, ਸਾਡਾ ਤਪ, ਸਾਡੀ ਭਗਤੀ ਉਹ ਪ੍ਰਵਾਨ ਹੈ ਜੋ ਪ੍ਰਮਾਤਮਾ ਨੂੰ ਪ੍ਰਵਾਨ ਹੋ ਜਾਏ। ਹੁਣ ਜਪ ਤਪ ਦਾ ਅਰਥ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਆਦਰਸ਼ ਨਿਸ਼ਾਨਾ ਉੱਚਾ ਬਣੇ। ਸਾਡੀ ਜ਼ਿੰਦਗੀ ਦਾ ਆਦਰਸ਼ ਕੇਵਲ ਤਾਂ ਕੇਵਲ ਸਰਬੱਤ ਦਾ ਭਲਾ ਹੋਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ 'ਚ ਬਹੁਤ ਧਰਮ ਕਰਮ ਕਰਨ ਵਾਲੇ ਲੋਕ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿੰਨਾ ਕੁਝ ਧਰਮ ਦੀ ਦੁਨੀਆ 'ਚ ਹੋ ਰਿਹਾ ਹੈ, ਸਾਡੇ ਸਮਾਜ ਵਿੱਚ ਮਨੁੱਖੀ ਭਾਈਚਾਰੇ 'ਚ ਬਹੁਤ ਪਿਆਰ ਹੋਣਾ ਚਾਹੀਦਾ ਹੈ, ਆਪਸੀ ਬੜਾ ਨਿੱਘ ਹੋਣਾ ਚਾਹੀਦਾ ਹੈ। ਸਾਡੇ ਅੰਦਰ ਤੇ ਕੋਈ ਮੇਰ ਤਿਰ ਹੋਣੀ ਨਹੀਂ ਚਾਹੀਦੀ। ਲੇਕਿਨ ਜਿੰਨਾ ਬਹੁਤਾ ਧਰਮ ਕਰ ਹੋ ਰਿਹਾ ਹੈ, ਧਰਮ ਦੇ ਨਾਂ ਤੇ ਵੰਡੀਆਂ ਬਹੁਤੀਆਂ ਪਾਈਆਂ ਜਾ ਰਹੀਆਂ ਨੇ, ਧਰਮ ਦੇ ਨਾਂ ਤੇ ਨਫ਼ਰਤ ਸਿਖਾਈ ਜਾ ਰਹੀ ਹੈ, ਧਰਮ ਦੇ ਨਾਂ ਤੇ ਲੜਾਈਆਂ ਹੁੰਦੀਆਂ ਨੇ। ਹੋ ਸਕਦਾ ਹੈ ਕਿ ਰਾਜਨੀਤਿਕ ਕਾਰਨਾਂ ਕਰਕੇ ਬਹੁਤ ਲੜਾਈਆਂ ਹੋਣਗੀਆਂ, ਧਰਤੀ ਦੇ ਹੋਈਆਂ ਹੋਣਗੀਆਂ, ਲੇਕਿਨ ਜੋ ਧਰਮ ਦੇ ਨਾਂ ਤੇ ਕਤਲੇਆਮ ਹੁੰਦਾ ਹੈ, ਜੋ ਧਰਮ ਦੇ ਨਾਂ ਤੇ ਖੂਨ ਡੁੱਲਦਾ ਹੈ, ਉਹ ਬਹੁਤ ਜ਼ਿਆਦਾ ਹੈ। ਇਹਦਾ ਮਤਲਬ ਕਿ ਇਹ ਧਰਮ ਨਹੀਂ ਹੈ। ਜੋ ਅਸੀਂ ਕਰਦੇ ਹਾਂ ਇਹ ਰੱਬ ਦੇ ਦਰ ਤੇ ਕਦੀ ਪ੍ਰਵਾਨ ਨਹੀਂ ਹੋਣਾ। ਜਾਪ ਤਾਂ ਭਗਤ ਸਾ ਪੂਰੀ, ਸਾਡਾ ਜਾਪ ਉਹੀ ਪ੍ਰਵਾਨ ਹੈ, ਤਪ ਉਹੀ ਪ੍ਰਵਾਨ ਹੈ, ਜਾਂ ਭਗਤੀ ਉਹੀ ਪ੍ਰਵਾਨ ਹੈ ਜੋ ਪ੍ਰਮਾਤਮਾ ਨੂੰ ਚੰਗੀ ਲੱਗੇ। ਜੇ ਇਹ ਕੁਝ ਕਰਦੇ ਹਾਂ ਅਸੀਂ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੀ ਨਾ ਹੋਏ ਤੇ ਫਿਰ ਸਿਰਫ ਸਰੀਰਕ ਆਪਾਂ ਖੇਚਲੀ ਕਰ, ਇਹਦੋਂ ਬਾਅਦ ਤੇ ਕੁਝ ਹੀ ਨਾ ਕਰ ਸਕਦੇ। ਇਸ ਕਰਕੇ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀਓ ਮੈਨੂੰ ਇਹੋ ਜਿਹੀ ਮੱਤ ਦਿਓ ਕਿ ਮੈਂ ਉਹ ਕਰਮ ਕਰਾਂ ਜਿਹਦੇ ਰਾਹੀਂ ਮੈਂ ਤੁਹਾਡੇ ਦਰ ਤੇ ਪ੍ਰਵਾਨ ਹੋ ਸਕਾਂ ਜੀ। ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ, ਨਾਨਕ ਤ੍ਰਿਪਤ ਅਗਾਈ। ਹਰ ਜਾਪ ਤੋਂ, ਤਪ ਤੋਂ, ਭਗਤੀ ਤੋਂ ਉੱਤਮ ਸਭ ਤੋਂ ਕਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ ਪ੍ਰਮਾਤਮਾ ਦੇ ਨਾਮ ਨੂੰ ਜਪਣਾ। ਬਹੁਤ ਨੇ ਤਪ ਕਰਨ ਵਾਲੇ, ਬਹੁਤ ਨੇ ਜਪ ਕਰਨ ਵਾਲੇ, ਮੁਬਾਰਕ ਸਤਿਕਾਰਯੋਗ ਨੇ ਸਾਰੇ, ਬਹੁਤ ਨੇ ਦੁਨਿਆਵੀ ਤੌਰ ਤੇ ਅਨੇਕਾਂ ਸਿਆਣੇ ਲੋਕ। ਪਰ ਆਪਾਂ ਦੇਖਦੇ ਕੁਝ ਕਰਦਿਆਂ ਅੰਦਰ ਤ੍ਰਿਸ਼ਨਾ ਤੇ ਵੱਧਦੀ ਚਲੀ ਜਾਂਦੀ ਹੈ, ਭਟਕਣਾ ਤੇ ਵੱਧਦੀ ਚਲੀ ਜਾਂਦੀ ਹੈ। ਮਨੁੱਖ ਰੱਜਦਾ ਹੀ ਨਹੀਂ ਕਿਸੇ ਬੰਨੇ, ਜਿੱਧਰ ਵੀ ਦੇਖ ਲਓ। ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ। ਸਾਹਿਬ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਾਂਗੇ ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਏਗੀ, ਸਾਡੇ ਅੰਦਰੋਂ ਭੁੱਖਾਂ ਮੁੜ ਜਾਣਗੀਆਂ। ਨਾਨਕ ਤ੍ਰਿਪਤ ਅਗਾਈ, ਪੂਰਨ ਤੌਰ ਤੇ ਅਸੀਂ ਤ੍ਰਿਪਤ ਹੋ ਜਾਵਾਂਗੇ। ਕੋਈ ਵੀ ਧਾਰਮਿਕ ਕਰਮ ਕਰਨ ਦਾ ਅਰਥ ਹੁੰਦਾ ਹੈ ਅਸੀਂ ਮਨ ਕਰਕੇ ਆਨੰਦ ਵਿੱਚ ਲਿਵਲੀਨ ਹੋ ਜਾਈਏ। ਭਾਵੇਂ ਕੋਈ ਤਪ ਕਰਦਾ ਹੈ, ਭਾਵੇਂ ਕੋਈ ਜਪ ਕਰਦਾ ਹੈ, ਭਾਵੇਂ ਪਾਠ ਕਰਦਾ ਹੈ, ਭਾਵੇਂ ਸੇਵਾ ਕਰਦਾ ਹੈ, ਮਕਸਦ ਸਾਡਾ ਇਹ ਹੈ ਨਾ ਕਿ ਅਸੀਂ ਪਰਮ ਆਨੰਦ ਨੂੰ ਪ੍ਰਾਪਤ ਕਰ ਲਈਏ। ਪਰਮ ਆਨੰਦ ਉਦੋਂ ਮਿਲੇਗਾ ਜਦੋਂ ਹੰਕਾਰ ਮੁੱਕੇਗਾ, ਜਦੋਂ ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕੇਗੀ, ਜਦੋਂ ਸਾਡੇ ਅੰਦਰੋਂ ਭਟਕਣਾ ਮੁੱਕੇਗੀ, ਉਦੋਂ ਅਸੀਂ ਪਰਮ ਆਨੰਦ 'ਚ ਲਿਵਲੀਨ ਹੋ ਜਾਵਾਂਗੇ। ਤੇ ਉਹ ਪਰਮ ਆਨੰਦ ਮਿਲਣਾ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ। ਤੇ ਗੁਰੂ ਸਾਹਿਬ ਜੀ ਸਾਨੂੰ ਇੱਥੇ ਪ੍ਰੇਰਣਾ ਦੇ ਰਹੇ ਕਿ ਅਰਦਾਸ ਕਰਿਆ ਕਰੀਏ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੇ ਮੇਰੇ ਠਾਕਰ, ਆਠ ਪਹਿਰ ਤੁੱਤ ਆਈ। ਇਹੋ ਜੀ ਮਤ ਦਿਓ ਕਿ ਸਦਾ ਤੁਹਾਨੂੰ ਅਸੀਂ ਧਿਆਉਂਦੇ ਰਹੀਏ, ਸਿਮਰਦੇ ਰਹੀਏ। ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਮੁਖ ਵਾਕ ਦੇ ਰਾਹੀਂ ਸਾਨੂੰ ਹਰ ਰੋਜ਼ ਅਰਦਾਸ ਬੇਨਤੀ ਕਰਨ ਦੇ ਲਈ ਪ੍ਰੇਰਣਾ ਕੀਤੀ ਕਿ ਵਾਹਿਗੁਰੂ ਜੀ ਸਾਨੂੰ ਇਹੋ ਜੀ ਮਤ ਦਿਓ, ਕਿਉਂਕਿ ਮਤ ਸਮਤ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਮਤ ਕਰਕੇ ਆਪਾਂ ਦੇਖਦੇ ਬੰਦਾ ਮਾੜੀ ਕੰਮੀ ਲੱਗ ਜਾਂਦਾ ਹੈ, ਮਾੜੀ ਮਤ ਮਿਲ ਜੇ ਬੰਦਾ ਬੁਰੇ ਪਾਸੇ ਲੱਗ ਜਾਂਦਾ ਹੈ, ਚੰਗੀ ਮਤ ਮਿਲ ਜੇ ਬੰਦਾ ਮਹਾਨ ਬਣ ਜਾਂਦਾ ਹੈ। ਦੇਖੋ ਚੰਗੀ ਸੰਗਤ ਵਿੱਚੋਂ ਚੰਗੀ ਮਤ ਮਿਲੇਗੀ। ਜਿਨ੍ਹਾਂ ਸੰਤਾਂ ਦੀ ਵਡਿਆਈ ਕੀਤੀ ਗੁਰਬਾਣੀ, ਜਾਂ ਜਿਨ੍ਹਾਂ ਨੂੰ ਅਸੀਂ ਸਤਿਕਾਰ ਦਿੰਦੇ ਉਹਨਾਂ ਦੀ ਕੀ ਖੂਬੀ ਹੈ? ਉਹ ਵੀ ਤੇ ਸਾਡੇ ਵਰਗੇ ਨੇ, ਪੰਜਾਂ ਤੱਤਾਂ ਦਾ ਉਹਨਾਂ ਦਾ ਸਰੀਰ ਹੈ, ਦੋ ਹੀ ਉਹਨਾਂ ਦੀਆਂ ਅੱਖਾਂ ਨੇ, ਦੋ ਹੀ ਉਹਨਾਂ ਦੇ ਹੱਥ ਨੇ, ਦੋ ਹੀ ਉਹਨਾਂ ਦੇ ਪੈਰ ਨੇ। ਫਿਰ ਉਹਨਾਂ ਨੂੰ ਕਿਉਂ ਪੂਜਿਆ ਜਾਂਦਾ ਹੈ? ਕੁਝ ਉਹ ਲੋਕ ਨੇ ਜਿਨ੍ਹਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ। ਕਾਰਨ ਇਹ ਹੈ ਕਿ ਉਹਨਾਂ ਦੀ ਮੱਤ ਉੱਚੀ ਹੈ, ਉਹ ਮਹਾਨ ਨੇ ਮੱਤ ਕਰਕੇ। ਤੇ ਉਹ ਮੱਤ ਸਾਨੂੰ ਮਿਲੇਗੀ ਸਤਸੰਗਤ ਵਿੱਚੋਂ। ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਾਹੂ ਦਸਾ ਕਿ ਪਵਨ ਗਮਨ ਕੇ ਵਰਖਾ ਹੋਵੇ, ਕਾਹੂ ਦਸਾ ਕਿ ਪਵਨ ਬਾਦਰ ਬਿਲਾਤ ਹੈ। ਕਿਸੇ ਪਾਸੇ ਤੋਂ ਹਵਾ ਆਏ ਨਾ ਤੇ ਆਪਾਂ ਦੇਖਦੇ ਹਾਂ ਮੀਂਹ ਆਉਂਦਾ ਹੈ, ਬੱਦਲ ਆਉਂਦੇ ਨੇ, ਮੀਂਹ ਪੈਂਦਾ ਹੈ, ਸਾਰੇ ਪਾਸੇ ਆਪਾਂ ਦੇਖਦੇ ਹਰਿਆਵਲ ਹੁੰਦੀ ਹੈ। ਉਲਟ ਪਾਸੇ ਦੀ ਹਵਾ ਆ ਜਾਏ, ਆਏ ਹੋਏ ਬੱਦਲਾਂ ਨੂੰ ਵੀ ਉਡਾ ਕੇ ਲੈ ਜਾਂਦੀ ਹੈ। ਕਾਹੂ ਗ੍ਰਹਿ ਕੀ ਅਗਨ ਭਵਨ ਪਾਕ ਸੇ ਦੋ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ। ਘਰ 'ਚ ਅਸੀਂ ਅੱਗ ਬਾਲਦੇ ਹਾਂ, ਸਾਡੀਆਂ ਮਾਤਾਵਾਂ ਭੈਣਾਂ ਰੋਟੀ ਪਾਣੀ ਤਿਆਰ ਕਰਦੀਆਂ ਨੇ, ਅੱਗ ਦੇ ਨਾਲ ਵੱਡੀਆਂ ਵੱਡੀਆਂ ਇੰਡਸਟਰੀਆਂ ਚੱਲਦੀਆਂ ਨੇ, ਫੈਕਟਰੀਆਂ ਚੱਲਦੀਆਂ ਨੇ, ਕਿੰਨੇ ਕੰਮ ਹੁੰਦੇ ਨੇ। ਉਹੀ ਅੱਗ ਜਿਹੜੀ ਹੈ ਕਿਸੇ ਮਾੜੇ ਬੰਦੇ ਦੇ ਹੱਥ ਆ ਜੇ ਘਰ ਨੂੰ ਸਾੜ ਕੇ ਸੁਆਹ ਕਰ ਦਿੰਦੀ। ਅੱਗ ਤੇ ਇੱਕੋ ਹੀ ਹੈ ਨਾ, ਮੱਤ ਜਿਹੜੀ ਹੈ ਉਹਦੇ ਅਨੁਸਾਰ ਅੱਗ ਵਰਤੀ ਗਈ। ਕਿਸੇ ਥਾਂ ਦਾ ਪਾਣੀ ਪੀਓ ਸਰੀਰ ਤੰਦਰੁਸਤ ਹੁੰਦਾ ਹੈ, ਕਿਸੇ ਥਾਂ ਦਾ ਪਾਣੀ ਪੀਓ ਸਿਰ ਰੋਗੀ ਹੋ ਜਾਂਦਾ ਹੈ।
ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਗਾਤ ਬਿਰਥਾ ਬਿਲਾਤ ਹੈ। ਪਾਣੀ ਇੱਕੋ ਜਿਹਾ ਹੀ ਹੈ। ਪਾਣੀ ਨੂੰ ਜਿਹੋ ਜੀ ਧਰਤੀ ਮਿਲੀ ਉਹ ਜੇ ਉਹਦਾ ਸੁਭਾਅ ਬਣ ਗਿਆ। ਪਾਣੀ ਮਾੜਾ ਨਹੀਂ ਹੈ। ਕਦੀ ਅਸੀਂ ਕਹਿੰਦੇ ਸਾਂ ਪੰਜਾਬ ਦੀ ਧਰਤੀ ਦਾ ਪਾਣੀ ਘਿਓ ਵਰਗਾ, ਪਰ ਉਹੀ ਪਾਣੀ ਹੁਣ ਜ਼ਹਿਰ ਬਣ ਗਿਆ। ਸਾਡੇ ਲਾਲਚ ਕਰਕੇ ਵੱਡੀਆਂ ਵੱਡੀਆਂ ਇੰਡਸਟਰੀਆਂ ਦਾ ਗੰਦਾ ਪਾਣੀ ਜਦੋਂ ਥੱਲੇ ਜਾਣਾ ਸ਼ੁਰੂ ਹੋ ਗਿਆ, ਉਹ ਪਾਣੀ ਕੈਂਸਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਲਾਲਚ ਨੇ ਰੇਹਾਂ ਸਪਰੇਆਂ ਪਾ ਪਾ ਕੇ ਅਸੀਂ ਧਰਤੀ ਨੂੰ ਰੋਗੀ ਬਣਾ ਦਿੱਤਾ। ਉਹ ਪਾਣੀ ਜਿਹੜਾ ਰੋਗਾਂ ਦਾ ਕਾਰਨ ਬਣ ਗਿਆ। ਕਹਿਣਗੇ ਬਿਲਕੁਲ ਇਸੇ ਤਰੀਕੇ ਨਾਲ ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੋਂ ਕੀ ਸੰਗਤ ਮਿਲ ਜਮ ਪ੍ਰਜਾਤ ਹੈ। ਕਿਸੇ ਸੰਗਤ ਵਿੱਚ ਬੈਠੀਏ ਬੰਦੇ ਨੂੰ ਇਹੋ ਜਿਹੀ ਮੱਤ ਮਿਲਦੀ ਹੈ, ਬੰਦਾ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਮੁਕਤ ਅਰਥ ਸੁਤੰਤਰ ਆਨੰਦ ਵਿੱਚ ਲਿਵਲੀਨ ਹੋ ਜਾਂਦਾ ਹੈ। ਲੇਕਿਨ ਕਿਸੇ ਥਾਂ ਦੀ ਸੰਗਤ ਵਿੱਚ ਬੈਠੋ ਬੰਦਾ ਜਿਉਂਦਾ ਹੀ ਨਰਕਾਂ ਵੱਲ ਤਰਿਆ ਚਲਾ ਜਾਂਦਾ ਹੈ। ਅਸੀਂ ਅਰਦਾਸ ਕਰੀਏ ਵਾਹਿਗੁਰੂ ਜੀ ਸਹੀ ਪਿਆਰਿਆਂ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਹੈ। ਵਾਹਿਗੁਰੂ ਜੀ ਇਹੋ ਜਿਹੀ ਮੱਤ ਦਿਓ ਜਿਹਦੇ ਨਾਲ ਅਸੀਂ ਤੁਹਾਡਾ ਸਦਾ ਹੀ ਸਿਮਰਨ ਕਰਦੇ ਰਹੀਏ, ਤੁਹਾਡੇ ਪਿਆਰ ਵਿੱਚ ਜੁੜਦੇ ਰਹੀਏ। ਉਹ ਮੱਤ ਮਿਲੇਗੀ ਸਤਪੁਰਖਾਂ ਕੋਲ ਬੈਠ ਕੇ, ਉਹ ਮੱਤ ਮਿਲੇਗੀ ਗੁਰੂ ਕੀ ਹਜ਼ੂਰੀ 'ਚ ਬੈਠ ਕੇ, ਸਤ ਸੰਗਤ ਵਿੱਚ ਆ ਕੇ। ਸਤ ਸੰਗਤ ਦੀ ਇਹ ਵਡਿਆਈ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ। ਕਹਿਣ ਲੱਗੇ ਨੇ ਮਾਨਸ ਹੰਸ ਸਾਧ ਸੰਗ ਪਰਮ ਹੰਸ, ਧਰਮਸਾਲ ਧਰਮ ਤੁਝਾ ਚੱਲ ਆਵੀ। ਦੁਨੀਆ ਦੇ ਲੋਕੋ ਮਾਨ ਸਰੋਵਰ ਤੇ ਰਹਿਣ ਵਾਲਿਆਂ ਨੂੰ ਤੇ ਹੰਸ ਹੀ ਕਹਿੰਦੇ ਨੇ। ਆ ਜਿਹੜੇ ਸਤ ਸੰਗਤ 'ਚ ਬੈਠੇ ਪਰਮਹੰਸ ਨੇ, ਰੱਬ ਦੇ ਪਿਆਰੇ ਜਿਹੜੇ ਨੇ, ਇਹ ਧਰਮ ਦੀ ਧੁਜਾ ਨੂੰ ਉੱਚੀਆਂ ਕਰਦੇ ਨੇ, ਝੰਡੇ ਨੂੰ ਬੁਲੰਦ ਕਰਦੇ ਨੇ। ਕਹਿਣ ਲੱਗੇ ਜਿਹੜੇ ਮਾਨ ਸਰੋਵਰ ਤੇ ਹੰਸ ਨੇ, ਉਤ ਆਹਾਰ ਦੁਤੀਆ ਮੁਕਤਾਹਲ ਨਾਸਤ, ਉਤਹਾਰ ਮੁਕਤਾਹਲ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵੀ। ਜਿਹੜੇ ਮਾਨ ਸਰੋਵਰ ਤੇ ਹੰਸ ਕਹਿੰਦੇ ਉਹ ਕੇਵਲ ਮੋਤੀ ਚੁਗਦੇ, ਹੋਰ ਕੁਝ ਨਹੀਂ ਖਾਂਦੇ। ਲੇਕਿਨ ਜਿਹੜੇ ਗੁਰੂ ਕੀ ਸੰਗਤ 'ਚ ਬੈਠੇ ਹੁੰਦੇ ਨੇ ਇਹ ਕੇਵਲ ਗੁਰੂ ਕਾ ਸ਼ਬਦ ਸੁਣਦੇ ਨੇ, ਗੁਰੂ ਕੀ ਬਾਣੀ ਸੁਣਦੇ ਨੇ, ਹੋਰ ਪਾਸੇ ਧਿਆਨ ਨਹੀਂ ਦਿੰਦੇ। ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ। ਕਹਿਣ ਲੱਗੇ ਇਤ ਗੁਰਮਤ ਦੁਰਮਤ ਸਮਝਾਵੀ। ਜਿਹੜੇ ਮਾਨ ਸਰੋਵਰ ਤੇ ਹੰਸ ਨੇ ਕਹਿੰਦੇ ਉਹ ਚੁੰਝ ਮਾਰਨ ਦੁੱਧ ਵਿੱਚ, ਦੁੱਧ ਨੂੰ ਤੇ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦੇ ਨੇ, ਦੁੱਧ ਗ੍ਰਹਿਣ ਕਰ ਲੈਂਦੇ, ਪਾਣੀ ਤਿਆਗ ਦਿੰਦੇ ਨੇ। ਪਰ ਜਿਹੜੇ ਸਤ ਸੰਗਤ 'ਚ ਬੈਠੇ ਵਿਵੇਕ ਮਤ ਵਾਲੇ ਜਿਹੜੇ ਅਰਦਾਸ ਕਰਦੇ ਕਿ ਇਹੋ ਜਿਹੀ ਮਤ ਸਾਨੂੰ ਮਿਲੇ, ਉਹ ਦੁਰਮਤ ਤੇ ਗੁਰਮਤ ਦਾ ਨਿਖਾਰਾ ਕਰ ਲੈਂਦੇ ਨੇ, ਗੁਰਮਤ ਗ੍ਰਹਿਣ ਕਰ ਲੈਂਦੇ, ਮਨਮਤ ਨੂੰ ਤਿਆਗ ਦਿੰਦੇ ਨੇ। ਕਹਿਣਗੇ ਬਿਲਕੁਲ ਇਸੇ ਤਰੀਕੇ ਨਾਲ ਜਿਹੜੇ ਮਾਨ ਸਰੋਵਰ ਦੇ ਹੰਸ ਨੇ ਉਹਨਾਂ ਕੋਲ ਕਾਂ ਬਗਲਾ ਚੱਲ ਕੇ ਆ ਜੇ ਨਾ ਉਹਨੂੰ ਹੰਸ ਨਹੀਂ ਬਣਾ ਸਕਦੇ। ਉਤ ਬਗ ਹੰਸ ਬੰਸ ਦੁਬਦਾ ਨਾ ਮੇੜ ਸਕੇ। ਮਾਨ ਸਰੋਵਰ ਦੇ ਹੰਸ ਬਗਲੇ ਨੂੰ ਹੰਸ ਨਹੀਂ ਬਣਾ ਸਕਦੇ, ਭਾਵੇਂ ਬਗਲਾ ਚਿੱਟਾ ਹੈ ਹੰਸ ਵਰਗਾ ਹੀ ਹੈ, ਲੇਕਿਨ ਹੰਸ ਨਹੀਂ ਬਣਾ ਸਕਦੇ। ਬਗਲਾ ਉੱਥੇ ਵੀ ਜਾ ਕੇ ਡੱਡੀਆਂ ਮੱਛੀਆਂ ਖਾਏਗਾ। ਲੇਕਿਨ ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੀ। ਇਹ ਜਿਹੜੇ ਸਤ ਸੰਗਤ 'ਚ ਬੈਠੇ ਪਰਮਹੰਸ ਨੇ ਜਿਹੜੇ ਰੋਜ਼ ਅਰਦਾਸ ਕਰਦੇ ਵਾਹਿਗੁਰੂ ਜੀ ਇਹੋ ਜਿਹੀ ਮੱਤ ਸਾਨੂੰ ਮਿਲੇ, ਉਹਨਾਂ ਕੋਲ ਆ ਕੇ ਕਾਂ ਵੀ ਜਿਹੜੇ ਨੇ ਹੰਸ ਬਣ ਜਾਂਦੇ ਨੇ। ਭਾਵ ਮਾੜੀ ਬਿਰਤੀ ਵਾਲੇ ਲੋਕ ਵੀ ਉੱਜਲ ਮੱਤ ਵਾਲੇ ਬਣ ਜਾਂਦੇ ਨੇ। ਇਸ ਕਰਕੇ ਅਰਦਾਸ ਕਰਿਆ ਕਰੀਏ ਵਾਹਿਗੁਰੂ ਜੀਓ ਸੇ ਪਿਆਰਿਆਂ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਜਿੱਥੇ ਅੱਜ ਦੇ ਮੁੱਖ ਵਾਕ ਦੀ ਵਿਚਾਰਾ ਆਪ ਜੀ ਨੇ ਸਰਵਣ ਕੀਤੀ ਹੈ, ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ, ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਸਿੱਧ ਗੋਸ਼ ਦੀ ਵਿਚਾਰ ਚੱਲ ਰਹੀ ਹੈ। ਉਸ ਦੀ 71 ਨੰਬਰ ਪੌੜੀ ਦੀ ਵਿਚਾਰ ਅੱਜ ਆਪਾਂ ਨੇ ਸਾਂਝੀ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਜੋ ਚਰਚਾ ਕੀਤੀ ਹੈ, ਬੜੀ ਮਹਾਨ ਉੱਤਮ ਰਚਨਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ। ਸੋ ਆਓ ਆਪਾਂ ਉਸ ਪਵਿੱਤਰ ਪੌੜੀ ਦਾ ਪਾਠ ਸਰਵਣ ਕਰੀਏ ਜੀ। ਗੁਰਮੁਖ ਮਨ ਜੀਤਾ ਹਉ ਮੈਂ ਮਾਰ। ਗੁਰੂ ਨਾਨਕ ਸਾਹਿਬ ਜੀ ਦੀ ਜੋ ਪਾਵਨ ਤੁਸੀਂ ਬਾਣੀ ਪੜੋਗੇ, ਸਤਿਗੁਰੂ ਜੀ ਨੇ ਮਨੁੱਖਤਾ ਨੂੰ ਹਿੰਦੂ ਮੁਸਲਮਾਨ ਜਾਂ ਹੋਰ ਕਿਸੇ ਕੈਟਾਗਰੀ 'ਚ ਨਹੀਂ ਦੇਖਿਆ, ਨਾ ਉਹਨਾਂ ਨੇ ਇਸਤਰੀ ਮਰਦ ਦੀ ਕੈਟਾਗਰੀ ਨਾਲ ਦੇਖਿਆ ਨੇ। ਉਹਨਾਂ ਨੇ ਇਸ ਤਰੀਕੇ ਨਾਲ ਦੇਖਿਆ ਗੁਰਮੁਖ ਤੇ ਮਨਮੁਖ। ਪਰਮਾਤਮਾ ਨੇ ਇਹ ਧਰਤੀ ਜਿਹੜੀ ਬਣਾਈ ਹੈ ਇਹ ਗੁਰਮੁਖ ਬਣਨ ਦੇ ਲਈ ਬਣਾਈ ਹੈ। ਓਮ ਗੁਰਮੁਖ ਕੀਓ ਆਕਾਰਾ। ਗੁਰਮੁਖ ਦਾ ਅਰਥ ਹੈ ਕਿ ਗੁਰੂ ਦੇ ਸਨਮੁਖ, ਪਰਮਾਤਮਾ ਦੇ ਸਨਮੁਖ, ਰੱਬ ਦੇ ਪਿਆਰ ਵਿੱਚ ਜੁੜੇ ਹੋਏ। ਗੁਰੂ ਨਾਨਕ ਸਾਹਿਬ ਜੀ ਆਏ, ਉਹਨਾਂ ਦੀ ਵਡਿਆਈ ਜਦੋਂ ਕੀਤੀ ਨਾ ਭਾਈ ਗੁਰਦਾਸ ਜੀ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੁਖ ਕਿਹਾ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਕਹਿੰਦੇ ਬਾਬਾ ਨਾਨਕ ਜੀ ਤੁਸੀਂ ਸਾਨੂੰ ਕਹਿੰਦੇ ਘਰਾਂ ਤੋਂ ਬਾਹਰ ਨਾ ਨਿਕਲੋ, ਘਰਾਂ ਵਿੱਚ ਬੈਠੋ, ਪਰ ਤੁਸੀਂ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਮਨ ਜਾ ਰਹੇ, ਤੁਸੀਂ ਘਰ ਕਿਉਂ ਛੱਡ ਦਿੱਤਾ ਹੈ, ਤੁਸੀਂ ਇਹ ਉਦਾਸੀਆਂ ਵਾਲਾ ਭੇਖ ਕੋ ਧਾਰਨ ਕਰ ਲਿਆ। ਤੇ ਗੁਰੂ ਸਾਹਿਬ ਨੇ ਇੱਕ ਬਚਨ ਹੈ, ਗੁਰਮੁਖ ਖੋਜਤ ਭਏ ਉਦਾਸੀ। ਅਸੀਂ ਗੁਰਮੁਖਾਂ ਦੀ ਭਾਲ ਵਿੱਚ ਨਿਕਲੇ ਹਾਂ। ਗੁਰਮੁਖ ਗੁਰੂ ਨਾਨਕ ਸਾਹਿਬ ਜੀ ਦੇ ਨਜ਼ਰਾਂ ਸਭ ਤੋਂ ਜੋ ਮਹਾਨ ਉੱਤਮ ਮਨੁੱਖ ਹੈ ਉਹ ਹੈ ਗੁਰਮੁਖ, ਜੋ ਰੱਬੀ ਪਿਆਰ ਜੁੜਿਆ ਹੋਇਆ ਹੈ। ਗੁਰੂ ਸਾਹਿਬ ਜੀ ਉਸ ਗੁਰਮੁਖ ਦੀ ਗੱਲ ਕਰ ਰਹੇ ਨੇ। ਸਾਹਿਬ ਜੀ ਕਹਿੰਦੇ ਨੇ, ਦੁਬਾਰਾ ਪੜੋ ਜੀ। ਗੁਰਮੁਖ ਮਨ ਜੀਤਾ ਹਉ ਮੈਂ ਮਾਰ। ਗੁਰਮੁਖ ਜਿਹੜਾ ਹੈ ਉਸਨੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਕੇ ਮਨ ਨੂੰ ਜਿੱਤ ਲਿਆ। ਗੁਰਮੁਖ ਹੋਇਆ ਜਿਹੜਾ ਮਨ ਨੂੰ ਜਿੱਤ ਲੈਂਦਾ।
ਬੰਦਾ ਬੜੀਆਂ ਜਿੱਤਾਂ ਪ੍ਰਾਪਤ ਕਰਦਾ ਹੈ, ਬੜੇ ਮਾਰ ਕੇ ਮਾਰਦਾ, ਪਰ ਜ਼ਿੰਦਗੀ ਦੀ ਬਾਜੀ ਹਾਰ ਕੇ ਚਲਿਆ ਜਾਂਦਾ, ਖਾਲੀ ਹੱਥ ਚਲਿਆ ਜਾਂਦਾ। ਗੁਰਬਾਣੀ ਇਹ ਗੱਲ ਕਹਿੰਦੀ, ਅਸੀਂ ਜ਼ਿੰਦਗੀ ਦੀ ਬਾਜੀ ਤਾਂ ਜਿੱਤਾਂਗੇ ਜੇ ਮਨ ਨੂੰ ਜਿੱਤ ਲਵਾਂਗੇ। ਮਨ ਜੀਤਾ ਜਗ ਜੀਤ। ਮਨ ਨੂੰ ਗੁਰਮੁਖ ਹੀ ਕੇਵਲ ਜਿੱਤਦਾ ਹੈ, ਮਨ ਦੇ ਉੱਪਰ ਸਵਾਰੀ ਕੇਵਲ ਗੁਰਮੁਖ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਨੇ, ਗੁਰਮੁਖਦਾਰ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਗ੍ਰਹਿਣ ਕਰ ਲਈ। ਹੁਣ ਜਿਹੜਾ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਉਹ ਆਪਣੇ ਅੰਦਰੋਂ ਅਹੰਕਾਰ ਨੂੰ ਖਤਮ ਕਰ ਲੈਂਦਾ ਹੈ। ਗੁਰੂ ਦਾ ਸਭ ਤੋਂ ਪਹਿਲਾ ਉਪਦੇਸ਼ ਹੀ ਹੈ ਕਿ ਗੁਰੂ ਦੇ ਦਰ ਤੇ ਆਏ ਹੋ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਮਰਨਾ ਪ੍ਰਮਾਣ ਕਰ ਲਓ। ਮਰਨ ਦਾ ਮਨ ਦੀ ਮਤ ਵੱਲੋਂ ਪਰਨਾ, ਹੰਕਾਰ ਵੱਲੋਂ ਮਰਨਾ। ਇਸ ਕਰਕੇ ਗੁਰਮੁਖ ਗੁਰੂ ਦੇ ਦਰ ਤੇ ਆ ਕੇ ਆਪਣੇ ਅੰਦਰੋਂ ਅਹੰਕਾਰ ਨੂੰ ਮਾਰ ਕੇ ਮਨ ਨੂੰ ਜਿੱਤ ਲੈਂਦਾ। ਮਨ ਨੂੰ ਮਾਰਨਾ ਨਹੀਂ ਹੈ, ਮਨ ਨੂੰ ਜਿੱਤਣਾ। ਮਨ ਨੂੰ ਕਦੀ ਮਾਰਿਆ ਨਹੀਂ ਜਾ ਸਕਦਾ। ਤੁਲਸੀ ਜੀ ਕਹਿੰਦੇ ਕਿ ਮੈਂ ਇੱਕ ਸੋਚਿਆ ਕਿ ਮਨ ਮਰ ਗਿਆ। ਜਿਹੜੇ ਬੜੇ ਤਪ ਕਰਦੇ ਨੇ, ਭੁੱਖੇ ਰਹਿੰਦੇ ਨੇ, ਜੰਗਲਾਂ 'ਚ ਫਿਰਦੇ, ਸੋਚਦੇ ਮਨ ਨੂੰ ਮਾਰ ਲਵਾਂਗੇ, ਮਨ ਨੂੰ ਕਾਬੂ ਕਰ ਲਾਂਗੇ। ਇਦਾਂ ਨਹੀਂ। ਉਹ ਕਹਿੰਦੇ ਕਿ ਜਿਵੇਂ ਆਪਾਂ ਦੇਖਦੇ ਆਮ ਦਿਨਾਂ 'ਚ ਡੱਡੂ ਨਜ਼ਰ ਨਹੀਂ ਆਉਂਦੀ, ਜਦੋਂ ਮੀਂਹ ਪੈਂਦਾ ਨਾ ਗੜੈਂ ਗੜੈਂ ਹੋਣੀ ਸ਼ੁਰੂ ਹੋ ਜਾਂਦੀ। ਕਿੱਥੋਂ ਹੋ ਜਾਂਦੇ ਨੇ? ਮਨ ਵੀ ਜਿਹੜਾ ਇਹਨੂੰ ਮੌਕਾ ਮਿਲਦਾ ਨਾ, ਵਿਕਾਰਾਂ ਮਗਰ ਲੱਗ ਕੇ ਉਸੇ ਬੰਨੇ ਤੁਰ ਪੈਂਦਾ। ਇਸ ਕਰਕੇ ਗੁਰਮੁਖ ਆਪਣੇ ਮਨ ਨੂੰ ਜਿੱਤਦੇ ਨੇ। ਮਨ ਨੂੰ ਜਿੱਤਣ ਦਾ ਅਰਥ ਹੈ ਕਿ ਮਨ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਦੇਖੋ, ਮਨ ਨੂੰ ਮਾਰਿਆ ਨਹੀਂ ਜਾ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਗੱਲ ਕੀ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਨੂੰ ਸਾਧਣਾ ਹੈ, ਆਪਣਾ ਮਨ ਨੂੰ ਚੰਗੇ ਬੰਨੇ ਲਗਾਉਣਾ ਹੈ। ਇਸ ਕਰਕੇ ਗੁਰਮੁਖ ਜਨ ਗੁਰੂ ਦੀ ਮੱਤ ਦੇ ਰਾਹੀਂ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਗੁਰਬਾਣੀ ਦਾ ਇੱਕ ਬਚਨ, ਮਨ ਪ੍ਰਬੋਧੋ ਹਰ ਕੈ ਨਾਹੀ, ਦਹਿ ਦਿਸ ਧਾਵਤ ਆਵੇ ਠਾਏ। ਮਨ ਨੂੰ ਗਿਆਨਵਾਨ ਕਰਨਾ, ਮਨ ਨੂੰ ਮਾਰਨਾ ਨਹੀਂ ਹੈ। ਮਨ ਨੂੰ ਅਸੀਂ ਗਿਆਨਵਾਨ ਕਰਨਾ ਹੈ। ਮਨ ਵਰਗੀ ਕੋਈ ਚੀਜ਼ ਨਹੀਂ ਹੈ। ਮਨ ਹੀ ਹੈ ਜਿਹੜਾ ਸਾਨੂੰ, ਉਹਦੇ 'ਚ ਇੰਨੀ ਤਾਕਤ ਹੈ ਕਿ ਮਨ ਰੱਬ ਬਣ ਸਕਦਾ ਹੈ। ਮਨ ਜਿਹੜਾ ਹੈ ਉਹ ਰੱਬ ਬਣ ਸਕਦਾ ਹੈ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ, ਮਨ ਸਾਧੇ ਸਿੱਧ ਹੋਏ। ਗੁਰਮੁਖਾਂ ਨੇ ਗੁਰੂ ਕੀ ਮੱਤ ਦੇ ਰਾਹੀਂ ਮਨ 'ਚੋਂ ਅਹੰਕਾਰ ਨੂੰ ਮਾਰ ਕੇ ਮਨ ਨੂੰ ਜਿੱਤ ਲਿਆ, ਮਨ ਨੂੰ ਕਾਬੂ ਕਰ ਲਿਆ। ਗੁਰਮੁਖ ਸਾਚ ਰੱਖਿਆ ਉਰ ਧਾਰ। ਜਦੋਂ ਗੁਰਮੁਖਾਂ ਨੇ ਹੰਕਾਰ ਨੂੰ ਖਤਮ ਕਰ ਲਿਆ, ਉਹਨਾਂ ਦੇ ਅੰਦਰ ਸੱਚ ਵਸ ਗਿਆ। ਜੇ ਹੰਕਾਰ ਹੈ ਤੇ ਸੱਚ ਨਹੀਂ ਵਸੇਗਾ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿੱਥੇ ਹੰਕਾਰ ਹੋਏਗਾ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਵਸੇਗਾ। ਇਸ ਕਰਕੇ ਗੁਰਮੁਖਾਂ ਨੇ ਸਭ ਤੋਂ ਪਹਿਲਾਂ ਅਹੰਕਾਰ ਨੂੰ ਮਾਰ ਕੇ ਆਪਣੇ ਮਨ ਨੂੰ ਜਿੱਤ ਲਿਆ। ਹੁਣ ਮਨ ਮਰਜ਼ੀ ਨਹੀਂ ਕਰਦਾ ਸੀ, ਕਹਿੰਦੇ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਕਹਿੰਦਾ ਹੈ। ਮਨ ਦੇ ਮਗਰ ਅਸੀਂ ਚੱਲਦੇ ਹਾਂ। ਮਨ ਕੀ ਕਹਿੰਦਾ ਉਹ ਗੱਲ ਵੱਖਰੀ, ਸਾਨੂੰ ਗੁਰੂ ਕੀ ਕਹਿੰਦਾ, ਗੁਰੂ ਦਾ ਉਪਦੇਸ਼ ਕੀ ਹੈ। ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ, ਗੁਰਬਾਣੀ ਕਹਿੰਦੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹ ਸਾਡੇ ਭਲੇ ਲਈ ਕਹਿੰਦਾ। ਮਨ ਤੇ ਬਹੁਤ ਕੁਝ ਕਹਿੰਦਾ। ਮਨ ਦਾ ਸੁਭਾਅ ਤੇ ਬਾਂਦਰ ਵਰਗਾ ਹੈ। ਮਨ ਤਾਂ ਚੰਚਲ ਹੈ। ਮਨ ਜਿਹੜਾ ਇਹ ਤੇ ਪਾਰੇ ਵਰਗਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖਾਂ ਨੇ ਗੁਰੂ ਦੀ ਮੱਤ ਦੇ ਰਾਹੀਂ ਹੰਕਾਰ ਨੂੰ ਮਾਰ ਕੇ ਆਪਣੇ ਮਨ ਨੂੰ ਜਿੱਤ ਲਿਆ ਤੇ ਆਪਣੇ ਅੰਦਰ ਹਿਰਦੇ 'ਚ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਲਈ ਟਿਕਾ ਲਿਆ। ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ। ਗੁਰਮੁਖਾਂ ਨੇ ਆਪਣੀ ਜ਼ਿੰਦਗੀ 'ਚੋਂ ਜਮਕਾਲ ਮਾਰ ਬਿਦਾਰ, ਜਮਕਾਲ ਮੌਤ ਨੂੰ, ਜਮਾਂ ਦੇ ਡਰ ਨੂੰ ਸਦੀਵੀ ਤੌਰ ਤੇ ਭਜਾ ਦਿੱਤਾ, ਮਾਰ ਦਿੱਤਾ, ਖਤਮ ਕਰ ਦਿੱਤਾ। ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਗ ਨੂੰ ਜਿੱਤ ਲਿਆ। ਗੁਰਮੁਖ ਜਗ ਜੀਤਾ, ਉਹਨਾਂ ਨੇ ਜਗ ਨੂੰ ਜਿੱਤ ਲਿਆ। ਜਗਤ ਦੇ ਉਹ ਜੇਤੂ ਬਣ ਗਏ, ਮਹਾਨ ਬਣ ਗਏ। ਗੁਰਮੁਖ ਦਰਗਹ ਨਾ ਆਵੈ ਹਾਰ। ਗੁਰਮੁਖ ਜਿਹੜੇ ਨੇ ਉਹ ਵਾਹਿਗੁਰੂ ਜੀ ਦਰਗਾਹ ਵਿੱਚ ਹਾਰਦੇ ਨਹੀਂ ਹੈ। ਉਹਨਾਂ ਦੀ ਵਡਿਆਈ ਹੁੰਦੀ ਹੈ, ਉਹਨਾਂ ਦੀ ਸੁਭਾ ਹੁੰਦੀ ਹੈ। ਚੱਲਿਆ ਪਤ ਸੋ ਜਨਮ ਸਵਾਰ, ਵਾਜਾ ਵਾਏ ਸੀ, ਮਨੁ ਕਿਆ ਵਿਚਾਰਾ ਇਹੋ ਲੋਕ ਸੁਣਾਏ ਸੀ। ਗੁਰਬਾਣੀ ਕਹਿੰਦੀ ਕਿ ਉਹ ਇੱਜ਼ਤ ਦੇ ਨਾਲ ਜ਼ਿੰਦਗੀ ਜੈ ਜੈਕਾਰ ਦੇ ਵਾਜੇ ਵਜਾਉਂਦੇ ਜਾਂਦੇ ਨੇ। ਤਿੰਨਾਂ ਲੋਕਾਂ 'ਚ ਉਹਨਾਂ ਦੀ ਕੀਰਤੀ ਹੁੰਦੀ ਹੈ। ਇਸ ਕਰਕੇ ਮਨਮੁਖ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦਾ ਹੈ। ਗੁਰਮੁਖ ਜਿੱਤਾ, ਮਨਮੁਖ ਹਾਰਿਆ। ਗੁਰਮੁਖ ਜਨ ਦਰਗਾਹ ਵਿੱਚ ਵੀ ਚੇਤੂ ਬਣ ਕੇ ਜਾਂਦੇ, ਭਾਵ ਉਹਨਾਂ ਨੂੰ ਵਾਹਿਗੁਰੂ ਜੀ ਦੇ ਦਰ ਤੇ ਮਾਣ ਮਿਲਦਾ ਹੈ। ਗੁਰਮੁਖ ਮੇਲ ਮਿਲਾਏ ਸੋ ਜਾਣਾ। ਇਸ ਕਰਕੇ ਗੁਰੂ ਦੀ ਮੱਤ ਦੇ ਰਾਹੀਂ ਉਹਨਾਂ ਦਾ ਮੇਲ ਪ੍ਰਮਾਤਮਾ ਵਿੱਚ ਹੋ ਜਾਂਦਾ ਹੈ। ਉਹ ਇਹ ਸਮਝਦੇ ਨੇ ਕਿ ਗੁਰੂ ਨੇ ਹੀ ਇਹ ਮੇਲ ਸਾਡਾ ਕਰਾਇਆ ਹੈ। ਨਾਨਕ ਗੁਰਮੁਖ ਸ਼ਬਦ ਪਛਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ 71 ਨੰਬਰ ਪੌੜੀ ਤੇ ਅਖੀਰ ਦੇ ਕਹਿੰਦੇ ਨੇ ਕਿ ਗੁਰਮੁਖ ਸ਼ਬਦ ਪਛਾਣੇ। ਗੁਰਮੁਖ ਜਿਹੜਾ ਹੈ ਉਹ ਗੁਰੂ ਕੇ ਸ਼ਬਦ ਦੇ ਰਾਹੀਂ
ਵਾਹਿਗੁਰੂ ਨੂੰ ਪਛਾਣਦਾ ਹੈ। ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਕਾ ਸ਼ਬਦ। ਸਾਡਾ ਇਹ ਮਨ ਕਿਸੇ ਵੀ ਤਰੀਕੇ ਨਾਲ ਟਿਕ ਨਹੀਂ ਸਕਦਾ। ਗੁਰਬਾਣੀ ਕਹਿੰਦੀ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ, ਜੋ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਔਰ ਗੁਰਬਾਣੀ ਨੇ ਸਾਨੂੰ ਪ੍ਰੇਰਣਾ ਕੀਤੀ, ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ। ਗੁਰੂ ਕੇ ਬਚਨਾਂ ਨੂੰ ਆਧਾਰ ਬਣਾਓ। ਗੁਰੂ ਕੇ ਸ਼ਬਦ ਦੇ ਰਾਹੀਂ ਸਾਨੂੰ ਪ੍ਰਮਾਤਮਾ ਦੀ ਸੋਝੀ ਹੋਣੀ ਹੈ। ਕੋਈ ਬੰਦਾ ਸਾਨੂੰ ਰੱਬ ਦੀ ਸੋਝੀ ਨਹੀਂ ਦੇ ਸਕਦਾ। ਗੁਰੂ ਕੇ ਸ਼ਬਦ ਤੋਂ ਵੱਡਾ ਕਿਤਿਓਂ ਗਿਆਨ ਨਹੀਂ ਮਿਲਣਾ। ਇਸ ਕਰਕੇ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਕੀ ਪਵਿੱਤਰ ਬਾਣੀ ਨੂੰ ਪਿਆਰ ਨਾਲ ਸੁਣਦੇ ਹੋ, ਪਿਆਰ ਨਾਲ ਪੜ੍ਹਦੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਡਾ ਬਾਣੀ ਦੇ ਨਾਲ ਹੋਰ ਪਿਆਰ ਬਣੇ। ਅਸੀਂ ਰੋਜ਼ ਅਰਦਾਸ ਵੇਲੇ ਇੱਕ ਬਚਨ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਜੇ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਨਾਲ ਮੇਲ ਹੋਣਾ। ਸਿੱਧਾ ਨੇ ਇੱਕ ਗੱਲ ਕਹੀ ਸਤਿਗੁਰੂ ਜੀ ਦੀ ਇਹ ਪਵਿੱਤਰ ਬਾਣੀ ਜੋ ਆਰੰਭ ਹੁੰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਇਹ ਦੁਨੀਆ ਤੇ ਇੱਕ ਭਿਆਨਕ ਸਮੁੰਦਰ ਵਾਂਗੂ ਹੈ। ਸੰਸਾਰ ਸਮੁੰਦਰ ਹੈ, ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਤੁਸੀਂ ਕਹਿੰਦੇ ਘਰ ਚ ਰਹੋ, ਗ੍ਰਸਤ ਵਿੱਚ ਰਹੋ। ਇਹ ਦੁਨੀਆਦਾਰੀ ਜਿਹੜੀ ਐਵੇਂ ਜਿਵੇਂ ਸਮੁੰਦਰ ਵਿੱਚ ਰਹਿਣਾ, ਸਮੁੰਦਰ ਚ ਰਹਿ ਕੇ ਉਹਦੀਆਂ ਲਹਿਰਾਂ ਤੋਂ ਝੱਖੜਾਂ ਤੋਂ ਕੋਈ ਬਚ ਨਹੀਂ ਸਕਦਾ, ਡੁੱਬਣ ਤੋਂ ਬਚ ਨਹੀਂ ਸਕਦਾ। ਤੇ ਸਤਿਗੁਰੂ ਜੀ ਨੇ ਇੱਕੋ ਇੱਕ ਗੱਲ ਕਹੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ ਸੁਧ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਗੁਰੂ ਕੇ ਸ਼ਬਦ ਰਾਹੀਂ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜੋਗੇ, ਤੁਸੀਂ ਐਵੇਂ ਜ਼ਿੰਦਗੀ ਬਤੀਤ ਕਰੋਗੇ ਜਿਵੇਂ ਮੁਰਗਾਬੀ ਪਾਣੀ ਚ ਰਹਿੰਦੀ ਹੈ, ਜਿਵੇਂ ਕਮਲ ਪਾਣੀ ਚ ਰਹਿੰਦਾ ਹੈ। ਸੋ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਸ਼ਬਦ ਪਛਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ। ਗੁਰਮੁਖ ਸ਼ਬਦ ਰਾਹੀਂ ਪ੍ਰਮਾਤਮਾ ਨੂੰ ਪਛਾਣਦੇ ਨੇ। ਸਤਿਗੁਰੂ ਜੀ ਨੇ ਅੱਜ ਦੀ ਇਸ ਪੌੜੀ ਰਾਹੀਂ ਵੀ ਗੁਰਮੁਖ ਦੀ ਜਿੱਥੇ ਵਡਿਆਈ ਕੀਤੀ ਹੈ, ਪਵਿੱਤਰ ਮੁਖ ਵਾਕ ਰਾਹੀਂ ਸਾਨੂੰ ਪ੍ਰੇਰਣਾ ਕੀਤੀ ਕਿ ਅਰਦਾਸ ਕਰਿਆ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਅਜਿਹੀ ਮੱਤ ਦਿਓ, ਅਸੀਂ ਸਤਿਪੁਰਖਾਂ ਦੀ ਸੰਗਤ 'ਚ ਬੈਠ ਕੇ, ਮਹਾਂਪੁਰਖਾਂ ਦੀ ਸੰਗਤ 'ਚ ਬੈਠ ਕੇ ਗੁਰੂ ਕੇ ਸ਼ਬਦ ਦੇ ਰਹੀ ਉਸ ਪ੍ਰਮਾਤਮਾ ਨੂੰ ਸਦਾ ਯਾਦ ਕਰਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਭਾਈ ਸਾਹਿਬ ਜੀ ਆਖਰੀ ਪੰਕਤੀਆਂ ਸੁਣਾਉਣਗੇ। ਬਹੁਤ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ, ਗੁਰੂ ਪੰਥ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ ਜੀ। ਆਖਰੀ ਪੰਕਤੀਆਂ ਸਰਵਣ ਕਰਦੇ ਹਾਂ, ਆਪਾਂ ਸਮਾਪਤੀ ਕਰਦੇ ਹਾਂ ਜੀ। ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।